पिछले दिनों जी थोड़ी चर्चा हुई है उससे तो करूंगा, कहते अमन अरोड़ा पुट्ठा बहुत टंगन लग पे लोगों सो ये पुट्ठे टंगन का की राज है या अचानक क्यों ये ख्याल च आया कि यार इन्हां बंदियां नूं मैं पुट्ठे टंग दूंगा? पहला कहते ठंडे देखे जाते हुण कहते थोड़े जे तत्ते चलन लग गए। नहीं देखो इस तरह बाई जी कि ठंडे तत्ते वाला सवाल नहीं हैगा। जे ठंडे होना नरम होना चंगी गल है, पर उन्होंने किसी बंदे नूं कमजोरी नहीं समझ लेनी चाहिए हैगी। पुट्ठे जे कोई सीधा काम नहीं करूगा तो पुट्ठा तो आपे टंगे ही जाना चाहिए। और मैं समझदा हाँ कि असी लोग जिहड़े लोकां दे चुने हुए नुमाइंदे हुन्ने आ, सरकार च हुन्ने आ, असी लोकां दे पैसिਆਂ ਦੇ पंजाब दे खजाने दे असी चौकीदार आ, मालक नहीं हैगे। ते चौकीदार दा फर्ज है कि घर दी राखी पूरी सही तरीके नाल करना। जदों तुसीं टेंडर लैने हो जी च नवें इट्टां दे रेट ने ते लगदियां उत्थे उसे पुराने फर्श दे विचों पट के पुरानियां इट्टां लगदियां ने ते फिर फुल्लां दे हार तां नहीं पैणगे, फिर डांग तां देखो फिरूगी होई। ते इस करके जदों उत्थे मौके ते गए ते देखिया भी आ गड़बड़ घोटाला चल रहा जिहड़ा पिछले सरकारां चलदा रहा है ते उत्थे फिर गरम भी होए, उन्हां नूं खिचाई भी कीती ते उहदा इंपैक्ट ये होया कि मैं संडे नूं गया सी 2-2:30 बजे ते मंडे नूं 10 वजे नूं सारियां इट्टां रिप्लेस हो गई, सारियां पाइपां रिप्लेस हो गई। हुण परसों संडे नूं फेर हो के आया, सारे चैंबर ने जिहड़े ਉਹ ਨਵੀਆਂ ਇੱਟਾਂ ਨਾਲ ਨਵੀਆਂ ਪਾਈਪਾਂ ਨਾਲ ਬਣ ਚੁੱਕੇ। ਹੁਣ ਜੇ ਮੈਂ ਨਾ ਉਹ ਕਰਦਾ ਤੇ ਉਹ ਚੈਂਬਰ ਨੇ ਜਿਹੜੇ ਕਿਉਂਕਿ ਪੁਰਾਣੀਆਂ ਇੱਟਾਂ ਨਾਲ ਨੇ ਮਾੜੀਆਂ ਪਾਈਪਾਂ ਨੇ ਉਹ ਚੈਂਬਰ ਬੈਠ ਜਾਂਦੇ। ਉੱਥੇ ਸਟਰੀਟ ਵੈਂਡਿੰਗ ਜ਼ੋਨ ਬਣ ਰਿਹਾ, ਸਬਜ਼ੀ ਮੰਡੀ ਬਣ ਰਹੀ ਹੈ, ਉਹੀ ਗੰਦਾ ਪਾਣੀ ਸੀਵਰੇਜ ਦਾ ਨਿਕਲ ਕੇ ਸਬਜ਼ੀਆਂ ਦੇ ਵਿੱਚ ਰਲਦਾ ਤੇ ਉਹੀ ਲੋਕਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜੇ ਸਹੀ ਕੰਮਾਂ ਵਾਸਤੇ ਤੁਸੀਂ ਜਦੋਂ ਸਰਕਾਰ ਦਾ ਮੈਂਡੇਟ ਕਲੀਅਰ ਹੈ, ਮਾਨ ਸਾਹਿਬ ਦਾ ਮੈਂਡੇਟ ਕਲੀਅਰ ਹੈ ਕਿ ਨਾ ਚਵਾਨੀ ਖਾਣੀ ਹੈ ਤੇ ਨਾ ਕਿਸੇ ਨੂੰ ਖਾਣ ਦੇਣੀ। ਅਸੀਂ ਤਾਂ ਜਿਹੜੀਆਂ ਪਿਛਲੇ ਪਹਿਲਾਂ ਖਾ ਕੇ ਢਕਾਰ ਮਾਰੀ ਖੜੇ ਨੇ, ਅਸੀਂ ਤਾਂ ਉਹਨਾਂ ਦੇ ਵਿੱਚੋਂ ਕੱਢਣ ਲੱਗੇ ਹੋਏ ਆ। ਉਹ ਕਹਿੰਦੇ ਆ ਵੀ ਖੋਰੇ ਹੁੰਦੇ ਆ ਜਿਹਨਾਂ ਨੂੰ ਕਹਿੰਦੇ ਖੋਰੇ ਲਾਤੇ ਛੋਟੀਆਂ ਇੱਟਾਂ। ਸੋ ਉਹ ਇੱਕ ਤੇ ਇੱਟਾਂ ਨੂੰ ਖੋਰੇ ਕਹਿੰਦੇ, ਇੱਕ ਵੈਸੇ ਖੋਰਾ ਲੱਗਣਾ ਹੁੰਦਾ, ਬਹੁਤ ਥਾਵਾਂ ਤੇ ਖੋਰਾ ਲੱਗਿਆ ਹੁੰਦਾ। ਜੇ ਖੋਰਾ ਲੱਗਿਆ ਨਾ ਜੀ ਤਾਂ ਹੀ ਪੰਜਾਬ ਅੱਜ 3 ਲੱਖ ਕਰੋੜ ਦਾ ਕਰਜ਼ਾ ਹੀ ਹੋ ਗਿਆ, ਨਹੀਂ ਕਰਜ਼ਾ ਹੀ ਨਹੀਂ ਹੁੰਦਾ ਸੀਗਾ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਤਾਂ ਜਿਹੜਾ ਸਹੀ ਕੰਮ ਕਰੂਗਾ ਉਹਦੀ ਪਿੱਠ ਤੇ ਵੀ ਖੜਾਂਗੇ, ਜਿਹੜਾ ਗਲਤ ਕੰਮ ਕਰੂ। ਮੈਂ ਠੇਕੇਦਾਰਾਂ ਨੂੰ ਵੀ ਕਿਹਾ ਵੀ ਭਾਈ ਤੁਸੀਂ ਜੇ ਕੋਈ ਤੁਹਾਡੇ ਕੋਲੋਂ ਕੋਈ ਮਹਿਕਮੇ ਦਾ ਅਫਸਰ ਚਵਾਨੀ ਮੰਗਦਾ ਤੁਸੀਂ ਮੈਨੂੰ ਦੱਸੋ, ਉਹਨੂੰ ਸਿੱਧਾ ਕਿਵੇਂ ਕਰਨਾ ਮੇਰਾ ਕੰਮ ਹੈ, ਪਰ ਤੁਸੀਂ ਆਪਦਾ ਕੰਮ ਸਹੀ ਤਰੀਕੇ ਨਾਲ ਕਰੋ। ਸੋ ਉਹਦਾ ਇੰਪੈਕਟ ਇਹ ਮਾਮਲਾ ਚਲੋ ਸਾਹਮਣੇ ਆ ਗਿਆ, ਹਾਲਾਂਕਿ ਚਲੋ ਇਹ ਤੁਸੀਂ ਆਪਦੇ ਉੱਥੇ ਜਾ ਕੇ ਦੇਖ ਲਿਆ, ਪਰ ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਮੈਨੂੰ ਲੱਗਦਾ ਵੀ 80% ਅਗਰ ਹਾਲਾਤ ਅਸੀਂ ਕਿਤੇ ਵੀ ਨਜ਼ਰ ਮਾਰ ਲਈਏ ਤਾਂ ਇੱਦਾਂ ਦੀਆਂ ਚੀਜ਼ਾਂ ਅਸੀਂ ਅਕਸਰ ਦੇਖਦੇ ਹਾਂ। ਮੈਂ ਤੁਹਾਨੂੰ ਆਪਦੀ ਇੱਕ ਐਗਜ਼ਾਮਪਲ ਦੇ ਦਿੰਦਾ ਕਿ ਮੈਂ ਇੱਕ ਵਾਰੀ ਇੱਦਾਂ ਹੀ ਜਾ ਰਿਹਾ ਤੇ ਸੜਕ ਮੀਂਹ ਪੈ ਰਿਹਾ, ਸੜਕ ਬਣ ਰਹੀ ਹੈ, ਸਾਈਡ ਤੇ ਮਿੱਟੀ ਪਈ ਹੈ, ਮਿੱਟੀ ਦੇ ਉੱਤੇ ਬਜਰੀ ਪਾਈ ਜਾ ਰਹੀ ਹੈ। ਇਹ ਐਸੀ ਜਿਹੜੀ ਗੜਬੜ ਹੈ, ਮਟੀਰੀਅਲ ਵੀ ਉਹੀ ਪੈ ਰਿਹਾ, ਪੈਸਾ ਲੋਕਾਂ ਦਾ ਉਹੀ ਲੱਗ ਰਿਹਾ, ਪਰ ਉੱਥੇ ਇੱਕ ਬਦਨੀਤੀ ਜਾਂ ਫਿਰ ਉਹਨਾਂ ਦੀ ਮਨਸ਼ਾ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦੇ ਲਈ ਉੱਥੇ ਤਾਂ ਮਾਈਂਡ ਸੈਟ ਆ ਜਿਹੜਾ ਉਹ ਤਾਂ ਤੁਸੀਂ ਕਰ ਲਿਆ। ਮਾਈਂਡ ਸੈਟ ਕਿਵੇਂ ਠੀਕ ਕਰਨਾ ਔਰ ਇੱਕ ਉਦਾਹਰਨ ਹੈ ਜਿਹੜੀ ਪੂਰੇ ਪੰਜਾਬ 'ਚ ਕਿਵੇਂ ਸੁਨੇਹਾ ਭੇਜਣਾ ਵੀ ਬੰਦੇ ਬਣ ਜਾਓ, ਇਹ ਤਾਂ ਨਿਬੜ ਲਿਆ ਤੇ ਜਿਹੜਾ ਕਰੂਗਾ ਬਖਸ਼ਣਾ ਕਿਸੇ ਨੂੰ ਨਹੀਂ। ਦੇਖੋ ਬਰਾੜ ਸਾਹਿਬ ਗੱਲ ਇਹ ਹੈ ਵੀ ਜਿਹੜੀ ਤੁਸੀਂ ਕਹਿੰਦੇ ਵੀ ਗੱਲ ਨਵੀਂ ਨਹੀਂ ਹੈਗੀ, ਗੱਲ ਪੁਰਾਣੀ ਤੁਰੀ ਹੁੰਦੀ, ਪਰ ਇਹ ਜਿਹੜੀ ਪੁਰਾਣੀ ਗੱਲ ਕਦੇ ਤਾਂ ਨਵੀਂ ਹੋਊਗੀ ਨਾ। ਜੇ ਉਦੋਂ ਮਾੜੀਆਂ ਪਿਰਤਾਂ ਪਈਆਂ ਤੇ ਅੱਜ ਮਾੜੀਆਂ ਪਿਰਤਾਂ ਆਦਤਾਂ ਬਣ ਚੁੱਕੀਆਂ, ਜੇ ਅੱਜ ਅਸੀਂ ਉਹਨਾਂ ਪਿਰਤਾਂ ਨੂੰ ਮਾੜੀਆਂ ਨੂੰ ਖਤਮ ਕਰਕੇ ਚੰਗੀਆਂ ਪਿਰਤਾਂ ਪਾਵਾਂਗੇ। ਮੈਂ ਤਾਂ ਸਿਰਫ ਔਰ ਸਿਰਫ ਉੱਥੇ ਗਿਆ ਸੀਗਾ, ਅਚਨਚੇਤ ਗਿਆ ਸੀਗਾ, 15 ਮਿੰਟ 'ਚ ਮੈਂ ਉਹਦਾ ਕੰਮ ਨਿਬੇੜ ਕੇ ਆ ਗਿਆ, ਪਰ ਅੱਜ 9 ਦਿਨ ਹੋ ਗਏ। ਮੀਡੀਆ ਦੇ ਜੋ ਤੁਹਾਡੇ ਚਾਹੇ ਮੈਂ ਤਾਂ ਇਕੱਲਾ ਇੱਕ ਥਾਂ ਤੇ ਗਿਆ, ਤੁਹਾਡੇ ਜ਼ਰੀਏ ਅੱਜ ਲੱਖਾਂ ਲੋਕ ਨੇ ਜਿਹੜੇ ਉਹ ਦੇਖਣਗੇ, ਮੈਸੇਜ ਸਹੀ ਜਾਊਗਾ। ਮੈਸੇਜ ਅਸੀਂ ਆਹੀ ਲੋਕਾਂ ਨੂੰ ਦੇਣਾ ਚਾਹੁੰਦੇ ਆ ਵੀ ਜੋ ਪਹਿਲਾਂ ਮਾੜੇ ਕੰਮ ਹੋਲੇ ਉਹ ਅਸੀਂ ਨਹੀਂ ਝੱਲਣੇ ਹੈਗੇ। ਹੋ ਸਕਦਾ ਪਿਛਲੇ ਕੰਮਾਂ ਦੇ ਵਿੱਚ ਵੀ ਜੇ ਕਰੋੜ ਦਾ ਟੈਂਡਰ ਦਿੱਤਾ ਹੈ ਤੇ ਹੋ ਸਕਦਾ ਮੰਤਰੀ ਜਾਂ ਉੱਪਰਲੇ ਅਫਸਰ ਤੱਕ ਉਹ ਕਹਿੰਦੇ ਹੁਣ ਵੀ ਤੀਜਾ ਹਿੱਸਾ ਸਾਨੂੰ ਭੇਜ। ਅਸੀਂ ਕਹਿੰਦੇ ਜੇ ਰੁਪਈਏ ਦਾ ਸਵਾ ਕਰਕੇ ਲਾਓਗੇ ਤਾਂ ਸਹੀ ਹੈ, ਜੇ ਕੋਈ ਨਹੀਂ ਸਹੀ ਲਾਊਗਾ ਤਾਂ ਪੁੱਠੇ ਟੰਗਾਂਗੇ। ਮੈਸੇਜ ਸਹੀ ਚੱਲ ਜੂਗਾ, ਲੋਕਾਂ ਦੇ ਵਿੱਚੋਂ ਹੀ ਇਨਫੋਰਮੇਸ਼ਨ ਆਉਣ ਲੱਗ ਜੂਗੀ ਤੇ ਜਦੋਂ ਇਨਫੋਰਮੇਸ਼ਨ ਆਉਣ ਲੱਗ ਜੂਗੀ ਆਪੇ ਸਾਰਾ ਕੰਮ ਸਹੀ ਹੋ ਜੂਗਾ। ਅਮਨ ਜੀ ਇੱਕ ਦੇਖੋ ਪੰਜਾਬ ਦੇ ਵਿੱਚ ਲੋਕਾਂ ਨੇ ਤੁਹਾਨੂੰ ਇੱਕ ਵੱਡਾ ਪ੍ਰਚੰਡ ਬਹੁਮਤ ਦਿੱਤਾ, ਮਤਲਬ ਉਮੀਦ ਤੁਹਾਡੀ ਵੀ ਉਮੀਦ ਸ਼ਾਇਦ ਇੰਨੀ ਨਹੀਂ ਸੀ ਜਿੰਨਾ ਦਿੱਤਾ, ਤਾਂ ਉਹਦੇ ਪਿੱਛੇ ਲੋਕ ਚਾਹੁੰਦੇ ਕੀ ਹੈ? ਲੋਕਾਂ ਦਾ ਮਕਸਦ ਇਹ ਹੈ ਨਾ ਕਿ ਭਾਈ ਅਸੀਂ ਤੁਹਾਨੂੰ ਤਾਂ ਚੁਣਿਆ, ਤਾਂ ਤੁਹਾਨੂੰ ਇੰਨਾ ਵੱਡਾ ਬਹੁਮਤ ਦਿੱਤਾ ਹੈ ਕਿ ਹੁਣ ਸਾਡੇ ਹਾਲਾਤ ਬਦਲ ਜਾਣ। ਜੋ ਅਸੀਂ ਬੁਨਿਆਦੀ ਸਹੂਲਤਾਂ ਦੀ ਗੱਲ ਹੀ ਹੁੰਦੀ ਆ, ਸਿਹਤ, ਸਿੱਖਿਆ ਜਾਂ ਫਿਰ ਜਿਹੜੇ ਗਲੀਆਂ ਨਾਲੀਆਂ ਉਹੀ ਜਿਹੜੀਆਂ 75 ਸਾਲ ਵਾਲੇ ਮੁੱਦੇ ਉਹ ਵਾਲੇ ਪੈਂਡਿੰਗ ਪਏ ਨੇ। ਤਾਂ ਅਮਨ ਅਰੋੜਾ ਦਾ ਵਿਜ਼ਨ ਕੀ ਹੈ? ਕਿਉਂਕਿ ਜ਼ਿੰਮੇਵਾਰੀ ਤੁਹਾਡੇ ਕੋਲੇ ਸ਼ਹਿਰੀ ਵਿਕਾਸ ਦੀ ਆ ਗਈ, ਸਰਕਾਰ ਦੇ ਵਿੱਚੋਂ ਦੂਜੇ ਮਹਿਕਮਿਆਂ ਦੇ ਵਿੱਚ ਵੀ ਦਖਲਅੰਦਾਜ਼ੀ ਹੋ ਜਾਂਦੀ ਆ, ਤਾਂ ਐਸਾ ਵਿਜ਼ਨ ਜ਼ਿਹਨ ਦੇ ਵਿੱਚ ਚੱਲਣਾ ਸ਼ੁਰੂ ਹੋ ਗਿਆ ਕਿਉਂਕਿ ਤੁਹਾਡਾ ਤਾਂ ਪੁਰਾਣਾ
ਸਿਆਸੀ ਤਜਰਬਾ ਵੀ ਆ ਤੁਹਾਡੇ, ਪਿਤਾ ਜੀ ਦੇ ਕੀਤੇ ਕੰਮਾਂ ਨੂੰ ਅੱਜ ਤੱਕ ਲੋਕ ਯਾਦ ਕਰਦੇ ਆ, ਤਾਂ ਅਮਨ ਅਰੋੜਾ ਸੋਚਦੇ ਆ ਕਿ ਅਮਨ ਅਰੋੜਾ ਨੇ ਵੀ ਕੁਝ ਐਸੀਆਂ 2-4 ਚੀਜ਼ਾਂ ਕਰਨੀਆਂ ਕਿ ਮੇਰੇ ਬਾਪ ਵਾਂਗੂ ਮੈਨੂੰ ਵੀ ਲੋਕ ਯਾਦ ਰੱਖਣ, ਤੇ ਜੇ ਅਮਨ ਅਰੋੜਾ ਨੇ ਕੋਈ ਗੜਬੜ ਕੀਤੀ ਤਾਂ ਲਾਂਭਾ ਯਾਨੀ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਹੁਣ ਤੱਕ ਸਮਝਿਆ, ਉਹਨਾਂ ਚੋਂ ਕਿਹੜੀਆਂ ਚੀਜ਼ਾਂ ਤੁਸੀਂ ਫੋਕਸਡ ਹੁਣ ਲੈ ਕੇ ਚੱਲ ਰਹੇ ਹੋ ਆ ਸੁਧਾਰਨ ਵਾਲੀਆਂ? ਦੇਖੋ, ਇੱਕ ਤਾਂ ਮੈਂ ਸਮਝਦਾ ਕਿ ਇੱਕ ਤਾਂ ਅਸੀਂ 10 ਮਹੀਨਿਆਂ ਦੇ ਵਿੱਚ ਕਾਫੀ ਹੱਦ ਤੱਕ ਕਰ ਲਿਆ। ਜਿਹੜਾ ਇੱਕ ਟਰਸਟ ਡੈਫਿਸਿਟ ਸੀਗਾ, ਜਿਹੜਾ ਪੰਜਾਬ ਦੇ ਲੋਕਾਂ ਦਾ ਇੱਕ ਮਨ ਬਣ ਚੁੱਕਿਆ ਸੀਗਾ, ਇੱਕ ਗੱਲ ਘਰ ਕਰ ਚੁੱਕੀ ਸੀਗੀ ਵੀ ਕੋਈ ਰਾਜਨੀਤਿਕ ਲੀਡਰ, ਕੋਈ ਪੋਲੀਟੀਕਲ ਪਾਰਟੀ, ਕੋਈ ਸਰਕਾਰ ਇਮਾਨਦਾਰ ਹੋ ਹੀ ਨਹੀਂ ਸਕਦੀ ਹੈਗੀ। ਇੱਕ ਤਾਂ ਇਹ ਸਾਡੀ ਸਭ ਤੋਂ ਵੱਡੀ ਅਚੀਵਮੈਂਟ ਹੈ ਕਿ ਉਹ ਅਸੀਂ ਟਾਰਗੇਟ ਅਚੀਵ ਕਰ ਲਿਆ। ਅੱਜ ਹੋ ਸਕਦਾ ਨਵੇਂ ਆ, ਹੋ ਸਕਦਾ ਕੋਈ ਕਮੀ ਪੇਸ਼ੀ ਗਲਤੀ ਹੋ ਜੇ ਤਾਂ ਅਲੱਗ ਹੈ, ਪਰ ਸਾਡੀ ਇੰਟੈਂਸ਼ਨ ਹੈ ਜਿਹੜੀ ਉਹ ਮਾੜੀ ਨਹੀਂ ਹੈਗੀ। ਨੰਬਰ 1। ਨੰਬਰ 2, ਜਿਹੜੇ ਤੁਸੀਂ ਕੰਮਾਂ ਦੀ ਗੱਲ ਕੀਤੀ ਹੈ, ਦੇਖੋ ਗੱਲ ਇਹ ਹੈ ਕਿ ਮੈਨੂੰ ਤਾਂ ਇਸ ਗੱਲ ਦੇ ਲਈ ਮੈਂ ਸਮਝਦਾ ਕਿ ਮੇਰੇ ਤੋਂ ਵੱਡਾ ਖੁਸ਼ਕਿਸਮਤ ਕੋਈ ਨਹੀਂ ਕਿ ਅੱਜ ਮੇਰੇ ਪਿਤਾ ਜੀ ਦੇ ਜਾਣ ਤੋਂ 22 ਸਾਲ ਬਾਅਦ ਵੀ ਲੋਕ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਲੋਕ ਮੈਨੂੰ ਪਿਆਰ ਕਰਦੇ ਨੇ। ਸੋ ਉਹਨਾਂ ਹੀ ਪਦ ਚਿੰਨ੍ਹਾਂ ਦੇ ਉੱਪਰ ਚੱਲਦੇ ਹੋਏ ਕੋਸ਼ਿਸ਼ ਹੈ ਕਿ ਜਿੱਥੇ ਤੱਕ ਹਲਕੇ ਦਾ ਸਵਾਲ ਹੈ ਵੀ ਇੱਕ ਰਿਕਾਰਡ ਤੋੜ ਵਿਕਾਸ ਹੈ ਜਿਹੜਾ ਉਹ ਓਵਰਆਲ ਸਰਵਪੱਖੀ, ਜਿਵੇਂ ਉਹਨਾਂ ਦਾ ਬੇਸਿਕਲੀ ਸੜਕਾਂ ਦੇ ਲਈ ਜਾਂ ਗ੍ਰਿਡਾਂ ਦੇ ਲਈ ਉਹ ਉਹਨਾਂ ਦਾ ਕੰਮ ਜਿਹੜਾ ਜਾਣਿਆ ਜਾਂਦਾ ਸੀਗਾ, ਓਵਰਆਲ ਵਿਕਾਸ ਹੈ ਜਿਹੜਾ ਉਹ ਕੀਤਾ ਜਾਵੇ। ਜਿੱਥੇ ਤੱਕ ਸਰਕਾਰ ਦੀ ਜਾਂ ਮੇਰੇ ਮਹਿਕਮੇ ਦੀ ਗੱਲ ਹੈ, ਅਸੀਂ ਜਿਹੜੇ ਹੁਣ ਸਪੋਜ਼ ਮੈਂ ਹਾਊਸਿੰਗ ਦੀ ਗੱਲ ਕਰਾਂ ਤੇ ਹਾਊਸਿੰਗ ਦੇ ਵਿੱਚ ਅਸੀਂ ਸਾਰੀਆਂ ਪਾਵਰਸ ਨੇ ਜਿਹੜੀਆਂ ਉਹ ਡੀਸੈਂਟਰਲਾਈਜ਼ ਕੀਤੀਆਂ ਨੇ, ਸਿਸਟਮ ਨੂੰ ਪੂਰੇ ਨੂੰ ਟਰਾਂਸਪੇਰੈਂਟ ਕੀਤਾ ਹੈ। ਹਾਊਸਿੰਗ ਡਿਪਾਰਟਮੈਂਟ ਜਿਹੜਾ ਇੱਕ ਜਿਹਦੀ ਜ਼ਿੰਮੇਵਾਰੀ ਪਲਾਨਡ ਡਿਵੈਲਪਮੈਂਟ ਦੇਣ ਦੀ ਹੁੰਦੀ ਹੈ ਪੂਰੇ ਪੰਜਾਬ ਦੇ ਵਿੱਚ, ਉਹ ਦਿੱਤਾ ਨਹੀਂ। ਤੇ ਲੀਡਰ ਨੇ ਜਿਹੜੇ ਸਿਰਫ ਉਹ ਆਪ ਕੋਲੋਨਾਈਜੇਸ਼ਨ ਦੇ ਵਿੱਚ ਪੈ ਗਏ, ਜਿਹਦੀ ਵਜ੍ਹਾ ਕਰਕੇ 14 ਅਸੀਂ ਇਲੀਗਲ ਕੋਲੋਨਾਈਜ਼। ਸੋ ਸਾਰੇ ਸਿਸਟਮ ਨੂੰ ਅਸੀਂ ਰਿਫਾਈਨ ਕਰਨ ਲੱਗੇ, ਸਾਰੇ ਸਿਸਟਮ ਨੂੰ ਸਟਰੈਂਥਨ ਕਰਨ ਲੱਗੇ, ਸਾਰੇ ਸਿਸਟਮ ਨੂੰ ਟਰਾਂਸਪੇਰੈਂਟ ਕਰਨ ਲੱਗਿਆ। ਮੈਂ ਕਹਿੰਦਾ ਵੀ ਜਿਹੜਾ ਸਾਡਾ ਐਜ਼ ਏ ਮਿਨਿਸਟਰ ਜਾਂ ਮਾਨ ਸਾਹਿਬ ਦਾ ਐਜ਼ ਮੁੱਖ ਮੰਤਰੀ ਸਾਡਾ ਕੰਮ ਹੈ ਜਿਹੜਾ ਪੋਲਿਸੀ ਮੇਕਿੰਗ ਹੋਣਾ ਚਾਹੀਦਾ। ਪੋਲਿਸੀ ਮੇਕਿੰਗ ਹੈ ਜਿਹੜੀ ਉਹ ਇੰਨੀ ਕੁ ਪਬਲਿਕ ਸੈਂਟਰਿਕ ਤੇ ਪਬਲਿਕ ਓਰੀਐਂਟਡ ਔਰ ਪਬਲਿਕ ਫਰੈਂਡਲੀ ਹੋਣੀ ਚਾਹੀਦੀ ਹੈ ਕਿ ਸਿਸਟਮ ਆਪਣੇ ਆਪ ਆਟੋ ਮੋਡ ਦੇ ਵਿੱਚ ਚੱਲੇ, ਕੋਈ ਉਸ ਤੋਂ ਹੇਰ-ਫੇਰ ਕਰਨ ਦੀ ਕੋਸ਼ਿਸ਼ ਨਾ ਕਰ ਸਕੇ। ਸੋ ਮੈਂ ਸਮਝਦਾ ਕਿ ਇਹੀ ਚੀਜ਼ਾਂ ਨੇ। ਹੁਣ ਜੇ ਸਪੋਜ਼ ਆਪਾਂ ਦਿੱਲੀ ਦੀ ਕੰਪੈਰੀਜ਼ਨ ਕਰ ਲਈਏ ਤੇ ਗਵਰਨੈਂਸ 7-8 ਸਾਲਾਂ ਦੇ ਵਿੱਚ ਆਟੋ ਮੋਡ ਦੇ ਵਿੱਚ ਪੈ ਚੁੱਕੀ, ਕਿਉਂਕਿ ਇੰਟੈਂਸ਼ਨ ਸਰਕਾਰ ਦੀਆਂ ਕਲੀਅਰ ਨੇ। ਉਹੀ ਕੰਮ ਇੱਥੇ ਮਾਨ ਸਾਹਿਬ ਸਰਕਾਰ ਦੇ ਵਿੱਚ ਅਸੀਂ ਲੋਕ ਆਪਦੇ ਮਹਿਕਮੇ ਦੇ ਵਿੱਚ ਕਰਨਾ ਚਾਹੁੰਦੇ ਹਾਂ। ਸੋ ਇਹ ਇਸ਼ੂਜ਼ ਨੇ ਜਿਹੜੇ ਅੱਜ ਕਰਨੇ ਬਣਦੇ ਨੇ, ਔਰ ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਔਰ ਮੈਂ ਸਮਝਦਾ ਕਿ ਪੋਸੀਬਲ ਹੈ, ਇਹ ਡੂਏਬਲ ਹੈ, ਇਹ ਅਚੀਵੇਬਲ ਹੈ। ਔਰ ਨੀਅਤ ਸਾਫ਼ ਹੋਵੇ ਨਾ ਜੀ, ਵੇਅਰ ਦੇਰ ਇਜ਼ ਵਿਲ ਦੇਰ ਇਜ਼ ਵੇ, ਜਿੱਥੇ ਜਹਾਂ ਚਾਹ ਵਹਾਂ ਰਾਹ। ਮੈਨੂੰ ਤੁਸੀਂ ਬਾਈ ਜੀ ਅੱਜ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਉੱਪਰ ਚੜ੍ਹ ਗਿਆ। 1985-86 ਦੇ ਵਿੱਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗਾ। ਅੱਜ ਤੱਕ ਕਦੇ ਤੁਸੀਂ ਕਦੇ ਮਿਨਿਸਟਰ ਨੂੰ ਬੈਂਕਰਪਟ ਹੁੰਦੇ ਦੇਖਿਆ? ਅੱਜ ਤੱਕ ਕਦੇ ਕਿਸੇ ਤੁਸੀਂ ਬਿਊਰੋਕਰੈਟ ਨੂੰ ਬੈਂਕਰਪਟ ਹੁੰਦੇ ਦੇਖਿਆ? ਜੇ ਇਹ ਲੋਕ ਨਹੀਂ ਬੈਂਕਰਪਟ ਹੋਏ ਤੇ ਪੰਜਾਬ ਕਿਵੇਂ ਬੈਂਕਰਪਟ ਹੋ ਗਿਆ? ਇਹ ਅੱਜ ਲੋਕਾਂ ਵੱਲੋਂ ਸਵਾਲ ਪੁੱਛਣਾ ਬਣਦਾ। ਸੋ ਇਹ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਕਰਨ ਲੱਗੇ ਹੋਏ, ਔਰ ਮੈਂ ਸਮਝਦਾ ਕਿ ਤੁਸੀਂ ਚੰਗੇ ਕੰਮ ਜਦੋਂ ਕਰਦੇ ਹੋ ਤੇ ਲੋਕ ਰਹਿੰਦੀ ਦੁਨੀਆ ਤੱਕ ਤੁਹਾਨੂੰ ਯਾਦ ਕਰਦੇ ਨੇ। ਅੱਛਾ ਅਰੋੜਾ ਸਾਹਿਬ, ਇੱਕ ਚੀਜ਼ ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ, ਓਬਵੀਅਸਲੀ ਸਰਕਾਰ ਦੇ ਬਿਆਨਾਂ 'ਚੋਂ ਵੀ ਇਹ ਚੀਜ਼ ਝਲਕਦੀ ਹੈ ਜਾਂ ਮਨਸ਼ਾ ਵੀ ਹੁੰਦੀ ਹੈ ਕਿ ਜਿਹੜਾ ਬੰਦਾ ਪੰਜਾਬ ਆਵੇ ਉਹਨੂੰ ਉਹ ਪੰਜਾਬ ਲੱਗੇ। ਤੁਹਾਡੇ ਕੋਲੇ ਮਹਿਕਮਾ ਜਿਹੜਾ ਹੈ ਉਹ ਸ਼ਹਿਰੀ ਵਿਕਾਸ ਦਾ ਹੈ ਨਾ, ਅਰਬਨ ਡਿਵੈਲਪਮੈਂਟ ਦਾ ਹੈ। ਸ਼ਹਿਰੀ ਵਿਕਾਸ ਕਰਨਾ, ਪੰਜਾਬ ਦੇ ਵੱਡੇ ਸ਼ਹਿਰ, ਪੰਜਾਬ ਦੀਆਂ ਲੁਕਸ। ਮੇਰਾ ਸਵਾਲ ਮਤਲਬ ਲੁਕਸ ਨੂੰ ਲੈ ਕੇ ਹੈ ਕਿ ਤੁਸੀਂ ਕਿਸ ਤਰੀਕੇ ਦੀਆਂ ਐਸੀਆਂ ਚੇਂਜਸ ਬਾਰੇ ਸੋਚ ਰਹੇ ਹੋ ਕਿ ਜੇ ਬੰਦਾ ਐਂਟਰ ਕਰੇ ਤਾਂ ਉਹਨੂੰ ਲੱਗੇ ਕਿ ਪੰਜਾਬ ਹੈ। ਜਿਵੇਂ ਹੁਣ G20 ਕਰਾਇਆ ਜਾ ਰਿਹਾ ਹੈ, ਅੰਮ੍ਰਿਤਸਰ ਦੇ ਵਿੱਚ ਹੋ ਰਿਹਾ, ਤਾਂ ਉਹਨੂੰ ਲੈ ਕੇ ਤਿਆਰੀ ਚੱਲ ਰਹੀ ਹੈ। ਕਿਸੇ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਉਦੋਂ ਸ਼ਾਇਦ ਅਕਾਲੀ ਸਰਕਾਰ ਸੀ, ਜਦੋਂ ਉਹਨਾਂ ਨੇ ਕਿਹਾ ਕਿ ਵਾਈਟ ਕਰ ਦਿਓ ਪੂਰੇ ਸ਼ਹਿਰ ਨੂੰ, ਲੁੱਕ ਲੱਗੇ ਜਦੋਂ ਮਨਾਇਆ ਜਾ ਰਹੇ ਸੀ ਉੱਥੇ ਵੱਡੇ ਸਮਾਗਮ। ਰੰਗਲੇ ਪੰਜਾਬ ਦੀ ਤੁਸੀਂ ਗੱਲ, ਮਤਲਬ ਲੁੱਕਸ, ਚਾਹੇ ਉਹ ਸਾਈਨ ਬੋਰਡਸ ਹੋਣ, ਚਾਹੇ ਉਹ ਹੋਰ ਸ਼ਹਿਰਾਂ ਦੀ ਐਂਟਰੈਂਸ ਪੁਆਇੰਟਸ ਹੋਣ, ਕੋਈ ਉਸ ਨੂੰ ਲੈ ਕੇ ਕੋਈ ਰੂਟ ਮੈਪ ਕੋਈ ਕੀਤਾ ਤਿਆਰ? ਦੇਖੋ ਬਰਾੜ ਸਾਹਿਬ, ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤੁਸੀਂ ਵੈਸੇ ਤਾਂ ਹਰੇਕ ਮਹਿਕਮੇ ਦੇ ਵਿੱਚ ਹੀ ਆਪੋ ਆਪਣੇ ਉਹਨਾਂ ਦੇ ਜਿਹੜੇ ਪੋਜ਼ਿਟਿਵ ਨੈਗੇਟਿਵ ਐਂਗਲਸ ਨੇ ਉਹਨਾਂ ਦੇ ਕੰਮ ਕਰਨ ਦਾ ਨਜ਼ਰੀਆ ਹੁੰਦਾ ਹੈ। ਪਰ ਮੇਰਾ ਜਿਹੜਾ ਆਪਣਾ ਨਜ਼ਰੀਆ ਔਰ ਮੇਰੇ ਮਹਿਕਮੇ ਦੀ ਮੈਂ ਸਮਝਦਾ ਕਿ ਡਿਮਾਂਡ ਉਹੀ ਹੈ, ਔਰ ਪੰਜਾਬ ਦੀ ਡਿਮਾਂਡ ਉਹੀ ਹੈ ਕਿ ਵੈਸੇ ਤਾਂ ਇੱਕ ਜਿਹੜਾ ਤੁਸੀਂ ਕਿਹਾ ਵੀ ਜਿਹੜੀ ਦਿੱਖ ਪੱਖੋਂ ਜਾਂ ਉਹ ਚੀਜ਼ਾਂ ਦੇ ਵਿੱਚ ਚਾਹੀਦੀਆਂ ਨੇ, ਉਸ ਤੋਂ ਬਾਅਦ ਕਨਸੈਪਟ ਆਇਆ ਸਮਾਰਟ ਸਿਟੀਜ਼ ਦਾ। ਅੱਜ ਜਿਹੜਾ ਵਰਲਡ ਓਵਰ ਕਨਸੈਪਟ ਚੱਲ ਰਿਹਾ ਹੈ ਨਾ ਜੀ, ਅਰਬਨ ਡਿਵੈਲਪਮੈਂਟ ਦਾ, ਪਲਾਨਡ ਡਿਵੈਲਪਮੈਂਟ ਦਾ, ਉਹ ਸਸਟੇਨੇਬਲ ਸਿਟੀਜ਼ ਦਾ ਚੱਲ ਰਿਹਾ ਹੈ। ਸਸਟੇਨੇਬਲ ਸਿਟੀਜ਼ ਦਾ ਮੀਨਸ ਵੀ ਉਹਦੇ ਵਿੱਚ ਇਕਨੋਮਿਕਲ ਯਾਨੀ ਕਿ ਫਾਈਨੈਂਸ਼ੀਅਲ, ਉਹਦੇ ਵਿੱਚ ਸੋਸ਼ਲ, ਉਹਦੇ ਵਿੱਚ ਐਨਵਾਇਰਮੈਂਟਲ,
ਠੀਕ ਹੈ। ਇਕਨੋਮਿਕ ਹੋਊਗਾ ਵੀ ਉਹ ਸ਼ਹਿਰ ਇੰਨਾ ਕੁ ਮਜ਼ਬੂਤ ਹੋਵੇ ਕਿ ਉੱਥੇ ਬਿਜ਼ਨਸ ਐਕਟੀਵਿਟੀ ਹੈ ਜਿਹੜੀ ਉਹ ਬੜੀ ਰੋਬਸਟ ਹੋਣੀ ਚਾਹੀਦੀ, ਬੜੀ ਵਧੀਆ ਹੋਣੀ ਚਾਹੀਦੀ ਹੈ। ਸੋਸ਼ਲ ਐਂਗਲ ਉੱਥੇ ਲੋਕਾਂ ਨੂੰ, ਚਾਹੇ ਉਹ ਵੱਡੇ ਤੋਂ ਵੱਡਾ, ਅਮੀਰ ਤੋਂ ਅਮੀਰ ਹੈ, ਛੋਟੇ ਤੋਂ ਛੋਟਾ ਹੈ, ਉਹਨੂੰ ਇੱਕ ਬੇਸਿਕ ਲਿਵਿੰਗ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ। ਤੀਸਰਾ ਐਨਵਾਇਰਮੈਂਟਲ, ਜਿਹੜੇ ਅੱਜ ਹੁਣ ਕਰੋਨਾ ਦੇ ਵਿੱਚ ਦੇਖਿਆ ਆਕਸੀਜਨ ਨੂੰ ਤਰਸ ਗਏ ਸੀ ਲੋਕ, ਉਹ ਗ੍ਰੀਨ ਬੈਲਟਸ ਨੇ ਜਿਹੜੀਆਂ ਉਹ ਇੰਨੀਆਂ ਹੋਣੀਆਂ ਚਾਹੀਦੀਆਂ ਨੇ, ਇੰਨੀ ਗ੍ਰੀਨਰੀ ਹੋਣੀ ਚਾਹੀਦੀ ਹੈ ਵੀ ਤੁਸੀਂ ਕੁਦਰਤ ਦੇ ਨਾਲ ਵੀ ਖਿਲਵਾੜ ਨਾ ਕਰੋ। ਇਹ ਸਸਟੇਨੇਬਲ ਸਿਟੀਜ਼ ਆ, ਇਹ ਸਿਟੀਜ਼ ਨੇ ਜਿਹੜੀਆਂ ਇਹ ਤੁਹਾਡੀ ਜਿਹੜੀ ਵੇਸਟ ਹੈ, ਚਾਹੇ ਉਹ ਹਿਊਮਨ ਵੇਸਟ ਹੈ ਤੇ ਚਾਹੇ ਉਹ ਐਗਰੀਕਲਚਰ ਵੇਸਟ ਹੈ ਤੇ ਚਾਹੇ ਰੀਨਿਊਏਬਲ એનર્ਜੀ ਸੋਲਰ ਤੋਂ ਆਉਂਦੀ ਹੈ, ਚਾਹੇ 100% ਤੁਹਾਡੀ ਜਿਹੜੀ ਵਾਟਰ ਦੀ ਯੂਟਿਲਾਈਜੇਸ਼ਨ ਹੈ, ਰੀਚਾਰਜ ਆਫ ਵਾਟਰ ਹੈ ਜਿਹੜਾ ਉਹ ਪ੍ਰੋਪਰ, ਇਹ ਸਸਟੇਨੇਬਲ ਸਿਟੀਜ਼ ਦਾ ਕਨਸੈਪਟ ਹੈ ਜਿਹੜਾ ਵਰਲਡ ਓਵਰ ਚੱਲ ਰਿਹਾ ਹੈ। ਅਸੀਂ ਉਸੇ ਦੇ ਉੱਪਰ ਹੀ ਕੰਮ ਕਰ ਰਹੇ ਹਾਂ। ਹੁਣ ਇੱਥੇ ਪ੍ਰੋਬਲਮ ਆਉਂਦੀ ਕੀ ਹੈ, ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਮਹਿਕਮੇ ਦੇ ਵਿੱਚ ਤਾਂ ਫਿਰ ਵੀ ਚਲੋ, ਕਿਉਂਕਿ ਅਸੀਂ ਨਵੇਂ ਸਿਰੋਂ ਫਰੋਮ ਅ ਸਕ੍ਰੈਚ, ਫਰੋਮ ਜ਼ੀਰੋ ਅਸੀਂ ਪਲਾਨ ਨੇ ਜਿਹੜੇ ਉਹ ਕਰਨੇ ਹੁੰਦੇ ਨੇ। ਸਾਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਿੱਥੇ ਅਰਬਨ ਲੋਕਲ ਬਾਡੀਜ਼ ਨੇ, ਜਿੱਥੇ ਮਿਊਨਿਸਪਲ ਕਮੇਟੀਆਂ ਨੇ, ਉੱਥੇ ਆਲਰੇਡੀ ਹੈਫ-ਹੈਜ਼ਰਡ ਹੈ ਜਿਹੜੀ ਉਹ ਡਿਵੈਲਪਮੈਂਟਾਂ ਹੋਈਆਂ ਹੁੰਦੀਆਂ ਨੇ, ਸੀਵਰੇਜ ਪ੍ਰੋਪਰਲੀ ਨਹੀਂ ਪਏ ਹੈਗੇ, ਪਾਣੀ ਦਾ ਕਨੈਕਸ਼ਨ ਨਹੀਂ ਹੈਗਾ, ਜਿਹੜਾ ਲੈਗੇਸੀ ਵੇਸਟ ਹੈ ਉਹ ਇਹ ਸਾਰੀਆਂ ਚੀਜ਼ਾਂ ਨੂੰ ਦਰੁਸਤ ਕਰਨ ਦੇ ਵਿੱਚ ਲੱਗੇ, ਪਰ ਉਹਨੂੰ ਥੋੜਾ ਸਮਾਂ ਜ਼ਰੂਰ ਲੱਗੇਗਾ। ਜਿਹੜੀਆਂ ਨਵੀਆਂ ਡਿਵੈਲਪਮੈਂਟਸ ਅਸੀਂ ਪਲਾਨ ਕਰ ਰਹੇ ਹਾਂ, ਚਾਹੇ ਉਹ ਮੁਹੱਲੀ ਦੇ ਵਿੱਚ ਕਰ ਰਹੇ ਹਾਂ, ਚਾਹੇ ਅਸੀਂ ਲੁਧਿਆਣੇ 1700 ਏਕੜ ਦੇ ਵਿੱਚ ਲੈ ਕੇ ਆ ਰਹੇ ਹਾਂ, ਇੱਥੋਂ ਤੱਕ ਜਿਹੜੀ ਮੈਂ ਗੱਲ ਪਹਿਲਾਂ ਕਰ ਰਿਹਾ ਸੀਗਾ ਕਿ ਹੁਣ ਤੱਕ ਹੋਇਆ ਕੀ ਹੈ, ਸਾਡੀਆਂ ਜਿੰਨੀਆਂ ਅਥਾਰਟੀਜ਼ ਨੇ ਉਹ ਆਪਦੇ ਕੰਫਰਟ ਜ਼ੋਨ ਦੇ ਵਿੱਚੋਂ ਨਹੀਂ ਨਿਕਲੀਆਂ। ਵੀ ਗਮਾਡਾ ਮੀਨਸ ਕੱਲਾ ਮੋਹਾਲੀ, ਗਲਾਡਾ ਮੀਨਸ ਕੱਲਾ ਲੁਧਿਆਣਾ, ਏਡੀਏ ਮੀਨਸ ਕੱਲਾ ਅੰਮ੍ਰਿਤਸਰ। ਮੈਂ ਬਣਦੇ ਸਾਰ ਜਿਸ ਦਿਨ ਦੀ ਮਾਨ ਸਾਹਿਬ ਨੇ ਜ਼ਿੰਮੇਵਾਰੀ ਸੌਂਪੀ, ਉਸੇ ਦਿਨ ਤੇ ਮੈਂ ਆਪਦੇ ਮਹਿਕਮੇ ਦੇ ਸਾਰੇ ਅਫਸਰਾਂ ਨੂੰ ਮੀਟਿੰਗਾਂ ਕਰਕੇ ਕਿਹਾ ਵੀ ਇਹ ਸਿਰਫ ਆਪਦੇ ਕੰਫਰਟ ਜ਼ੋਨ ਦੇ ਵਿੱਚ ਨਹੀਂ ਰਹਿਣਾ ਹੈਗਾ। ਠੀਕ ਹੈ। ਬਾਕੀ ਸ਼ਹਿਰਾਂ ਦੇ ਹੁਣ ਮੋਹਾਲੀ ਦੇ ਵਿੱਚ 3 ਜਾਂ 4 ਜ਼ਿਲ੍ਹੇ ਪੈਂਦੇ ਨੇ, ਲੁਧਿਆਣੇ 'ਚ 4 ਜ਼ਿਲ੍ਹੇ ਪੈਂਦੇ ਨੇ, ਸਾਰਾ ਪੰਜਾਬ 6 ਅਥਾਰਟੀਜ਼ ਦੇ ਵਿੱਚ ਵੰਡਿਆ ਹੋਇਆ, 5-6 ਦੇ ਵਿੱਚ। ਇਹਦੇ ਵਿੱਚ ਜਿਹੜੇ ਟੀਅਰ 2 ਟੀਅਰ 3 ਸਿਟੀਜ਼ ਨੇ ਉੱਥੇ ਨਿਕਲੋ। ਜਿਹੜੇ ਹੁਣ ਛੋਟੇ ਸ਼ਹਿਰ ਨੇ ਉਹਨਾਂ ਨੂੰ ਵੀ ਪਲਾਨਡ ਡਿਵੈਲਪਮੈਂਟਸ ਦੀ ਲੋੜ ਹੈ। ਜੇ ਉੱਥੇ ਜਾਵਾਂਗੇ, ਸਾਡਾ ਹਾਊਸਿੰਗ ਡਿਪਾਰਟਮੈਂਟ ਆਪ ਜਾਊਗਾ ਤੇ ਇਲੀਗਲ ਕਾਲੋਨੀਜ਼ ਦੇ ਜਿਹੜੀਆਂ ਉਹ ਬੰਦ ਹੋ ਜਾਣਗੀਆਂ। ਤੁਹਾਡੀਆਂ ਗੱਲਾਂ ਬਾਤਾਂ ਸੁਣਨ ਨੂੰ ਬਹੁਤ ਵਧੀਆ ਲੱਗਦੀਆਂ, ਪਰ ਜਿਹੜੇ ਆਮ ਲੋਕ ਹੈ ਨਾ ਉਹ ਆਂਦੇ ਵੀ ਸਾਨੂੰ ਟੈਕਨੀਕਲੀ ਇੰਨੀ ਨਹੀਂ ਗੱਲ ਦਾ ਪਤਾ ਲੱਗਦਾ। ਸਾਨੂੰ ਇਹ ਦੱਸੋ ਵੀ ਸਮਾਰਟ ਸਿਟੀ ਦਾ ਬੜਾ ਰੌਲਾ ਸੁਣਿਆ ਸੀ, ਸਮਾਰਟ ਸਿਟੀ ਬਣ ਜਾਣੇ ਜੀ, ਉਹ ਲੱਭਦੇ ਫਿਰਦੇ ਲੋਕ ਵੀ ਉਹ ਕਿੱਥੇ ਕਿਜੇ ਪਏ ਆ। ਲੋਕ ਆ ਜਿਹੜੇ ਨਵੇਂ ਤੁਸੀਂ ਹੋਰ 2-3 ਨਾਂ ਦੱਸੇ ਆ, ਉਹ ਇਹਨਾਂ ਦੇ ਤਾਂ ਮੈਨੂੰ ਲੱਗਦਾ ਵੀ ਅਸੀਂ ਸਮਝ ਵੀ ਭਾਸ਼ਾ ਨਹੀਂ ਸਮਝ ਆਉਣੀ। ਇਹ ਬਾਨੇ ਕਦੋਂ ਦਿਖਣਾ, ਕਦੋਂ ਹੈ ਧਰਤੀ ਤੇ, ਕਦੋਂ ਦਿਖੂ ਕਿਸੇ ਸ਼ਹਿਰ 'ਚ ਵੜ ਜਾਓ। ਇਹ ਤਾਂ ਕਿਹੜਾ ਪ੍ਰੋਬਲਮ ਹੋਇਆ ਵੀ ਜਿਹੜਾ ਦੀ ਗਲੀ 'ਚ ਪਾਣੀ ਖੜਾ ਹੈ, ਗਲੀ 'ਚ ਪਾਣੀ ਨਹੀਂ ਨਿਕਲਿਆ, ਲੋਕ ਉਹਨਾਂ ਚੀਜ਼ਾਂ ਨਾਲ ਹੀ ਲੜੀ ਕੁੱਕੜੀਆਂ ਮਰਦੀਆਂ ਨਹੀਂ। ਲੋਕਾਂ ਦਾ ਹਾਲ ਉਹੀ ਹੈ। ਟੈਗ ਜ਼ਰੂਰ ਇਹ ਸਮਾਰਟ ਸਿਟੀ ਬਣ ਗਿਆ ਜੀ, ਇਹ ਫਲਾਨਾ ਬਣ ਗਿਆ। ਅਮਨ ਜੀ, ਇਹ ਚੀਜ਼ਾਂ ਕਦੋਂ ਦਿਖਣ, ਕਦੋਂ ਲੱਗਣਗੀਆਂ? ਲੋਕਾਂ ਨੂੰ ਦੱਸਣਾ ਨਾ ਪਵੇ ਤੁਹਾਡਾ ਫਲਾਨਾ ਸ਼ਹਿਰ ਸਮਾਰਟ ਸਿਟੀ ਹੈ, ਉਹ ਲੱਗੇ ਅਗਲਾ ਕਿ ਅੱਛਾ ਇਹ ਸਮਾਰਟ ਸਿਟੀ ਲੱਗਦਾ। ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਮੁੜ ਕੇ ਮੈਂ ਉਸੇ ਗੱਲ ਤੇ ਆ ਰਿਹਾ। ਇਹ ਜਿਹੜੀ ਤੁਸੀਂ ਮੈਨੂੰ ਪ੍ਰੋਬਲਮ ਦੱਸ ਰਹੇ ਹੋ, ਇਹ ਜ਼ਿਆਦਾ ਪ੍ਰੋਬਲਮ ਹੁਣ ਪਿਛਲੇ ਦਿਨਾਂ ਕਰਿਆ ਜੀ, ਹੁਣ ਆਪਾਂ ਨੂੰ ਮੈਂ ਪਿਛਲੀ ਤੇ ਜਾ ਹੀ ਨਹੀਂ ਰਿਹਾ। ਇਹ ਜਿਹੜੀ ਤੁਸੀਂ ਜ਼ਿਆਦਾ ਪ੍ਰੋਬਲਮ ਦੱਸ ਰਹੇ ਹੋ, ਇਹ ਲੋਕਲ ਗਵਰਨਮੈਂਟ ਡਿਪਾਰਟਮੈਂਟ ਦੀ ਹੈ। ਜਿੱਥੇ ਸ਼ਹਿਰ ਨੇ, ਮਿਊਨਿਸਪਲ ਕਮੇਟੀਆਂ ਨੇ, ਇਹ ਉੱਥੇ ਦੀ ਪ੍ਰੋਬਲਮ ਹੈ। ਉੱਥੇ ਅਨਪਲੈਨਡ ਡਿਵੈਲਪਮੈਂਟ ਜ਼ਿਆਦਾ, ਮੈਂ ਨਹੀਂ ਕਹਿੰਦਾ ਕਿ ਸਾਡੇ ਇੱਕ ਵੀ ਨਹੀਂ ਹੈਗੀ, ਔਰ 95% ਪ੍ਰੋਬਲਮ ਹੈ ਜਿਹੜੀ ਇਸ਼ੂ ਇਹ ਲੋਕਲ ਗਵਰਨਮੈਂਟ ਦੇ ਵਿੱਚ ਹੈ। ਸਾਡੇ ਜਿਹੜੇ ਅਸੀਂ ਹਾਊਸਿੰਗ ਦੇ ਵਿੱਚ ਅਸੀਂ ਪਲਾਨ ਕਰਦੇ ਹਾਂ, ਅਸੀਂ ਫਰੋਮ ਅ ਸਕ੍ਰੈਚ ਕਰਦੇ ਹਾਂ, ਅਸੀਂ ਜ਼ੀਰੋ ਤੋਂ ਕਰਦੇ ਹਾਂ। ਅਸੀਂ ਉਸ ਚੀਜ਼ ਦੇ ਉੱਪਰ ਕੰਟਰੋਲ ਹੋ ਜਾਂਦਾ ਕਿਉਂਕਿ ਪਹਿਲੇ ਦਿਨ ਹੀ ਪਲਾਨਡ ਹੁੰਦੀ ਹੈ। ਹੁਣ ਮੇਰੀ ਗੱਲ ਸੁਣੋ, ਤੁਸੀਂ ਆਹੀ ਹੈ ਮੋਹਾਲੀ, ਨਿਊ ਚੰਡੀਗੜ੍ਹ ਹੈ, ਨਿਊ ਚੰਡੀਗੜ੍ਹ ਤੇ ਜ਼ੀਰਕਪੁਰ ਦੇ ਵਿੱਚ ਫਰਕ ਨਹੀਂ ਹੈ ਜੀ, ਹੈ ਨਾ? ਬਿਲਕੁਲ ਹੈ। ਨਿਊ ਚੰਡੀਗੜ੍ਹ ਸਾਡੇ ਹਾਊਸਿੰਗ ਡਿਪਾਰਟਮੈਂਟ ਨੇ ਡਿਵੈਲਪ ਕੀਤਾ, ਉਹ ਠੀਕ ਹੈ। ਜ਼ੀਰਕਪੁਰ ਦੇਖ ਲਓ, ਇੱਕ ਅਰਬਨ ਸਲਮ ਬਣਿਆ ਪਿਆ। ਉਹ ਕਿਉਂ ਬਣਿਆ ਪਿਆ? ਉਹ ਇਸੇ ਕਰਕੇ ਕਿਉਂਕਿ ਉੱਥੋਂ ਦੀ ਅਥਾਰਟੀ ਹੈ ਜਿਹੜੀ। ਮੈਂ ਕਹਿੰਦਾ ਬਾਈ ਜੀ, ਉਹ 'ਚ ਸਰਕਾਰ ਦੇਖੋ, ਸਿਸਟਮ ਇਹੋ ਜਿਹਾ, ਜੇ ਸਰਕਾਰ ਉਹਦੇ ਵਿੱਚ ਪੰਜਾਬ ਸਰਕਾਰ ਅੱਜ ਕਹੇ ਵੀ ਅਸੀਂ ਸ਼ਹਿਰਾਂ ਦੇ ਵਿੱਚ ਆਹ ਕਰਨਾ ਹੈ, ਪਰ ਅਲਟੀਮੇਟਲੀ ਉਸ ਸ਼ਹਿਰਾਂ ਦੀ ਮਾਲਕ ਹੈ ਜਿਹੜੀ, ਉੱਥੇ ਦੀ ਐਡਮਿਨਿਸਟ੍ਰੇਸ਼ਨ ਤੇ ਗਵਰਨੈਂਸ ਹੈ ਜਿਹੜੀ, ਉਹ ਉੱਥੋਂ ਦੀ ਮਿਊਨਿਸਪਲ ਕਮੇਟੀ ਕੋਲੇ ਹੈ। ਹੁਣ ਮਿਊਨਿਸਪਲ ਕਮੇਟੀਆਂ ਦੇ ਵਿੱਚ ਇੰਨੀ ਕੁ ਪੋਲਿਟਿਕਸ ਹੁੰਦੀ ਹੈ, ਇੰਨੀ ਕੁ ਵਾਇਲੇਸ਼ਨ ਹੁੰਦੀ ਹੈ, ਉਹ ਕਿਸੇ ਦਾ ਕੋਈ ਐਮਸੀ ਰਿਸ਼ਤੇਦਾਰ ਹੈ, ਕਿਸੇ ਦਾ ਕੋਈ ਕਰਨਾ ਪੈਣਾ ਜੀ, ਫਿਰ ਸਰਕਾਰ ਦਾ ਬਾਈ ਜੀ ਕੰਟਰੋਲ ਦਾ। ਦੇਖੋ ਮੇਰੀ ਗੱਲ ਸੁਣੋ, ਦੇਖੋ ਬਾਈ ਜੀ ਮੇਰੀ ਗੱਲ ਸਮਝੋ ਤੁਸੀਂ, ਹਰੇਕ ਚੀਜ਼ ਹੈ ਜਿਹੜੀ ਉਹ ਜੇ ਆਪਾਂ ਕਹੀਏ ਵੀ ਕੱਲੀ ਸਰਕਾਰ ਕੰਟਰੋਲ ਕਰ ਲਊਗੀ, ਬਰਾੜ ਸਾਹਿਬ, ਇਹ ਨਹੀਂ ਹੁੰਦਾ ਹੈਗਾ। ਆਪਾਂ ਸਾਰੇ ਜ਼ਿੰਮੇਵਾਰੀ ਬਣਦੀ ਹੈ ਜੀ। ਸਰਕਾਰ ਕੀ ਹੈ? ਸਰਕਾਰ ਲੋਕਾਂ ਦੇ ਚੁਣੇ ਹੋਏ ਲੋਕ ਨੇ, ਹੋਰ ਕੋਈ ਉੱਪਰੋਂ ਥੋੜਾ ਉਤਰ ਕੇ ਆਏ ਨੇ। ਯਾਨੀ ਜਿਹੜਾ ਮਾਈਂਡਸੈਟ ਹੈ ਵੀ ਜੇ ਮਾਈਂਡਸੈਟ ਪਾਸ ਕਰਾਇਆ ਤਾਂ ਤੁਹਾਨੂੰ ਤੁਸੀਂ ਬਿਲਕੁਲ ਵੀ ਸੱਜੇ ਖੱਬੇ ਉਹਦੇ ਨਾਲ ਛੇੜਛਾੜ ਨਹੀਂ ਕਰ ਸਕਦੇ, ਪਰ ਜੇ ਕਮੇਟੀ ਚੋਂ ਕਰਾ ਲਿਆ ਤਾਂ ਬੰਦਾ ਕਹਿੰਦਾ ਪੈਸੇ ਦੇਤੇ, ਭਾਵੇਂ ਸਾਰਾ ਛੱਤ ਲਓ ਤੇ ਭਾਵੇਂ ਅੱਗੇ ਜਗ੍ਹਾ ਨਾ ਛੱਡੋ ਪਿੱਛੇ ਨਾ। ਇਹ ਮਾਈਂਡਸੈਟ ਹੈ। ਹੁਣ ਮੈਂ ਤੁਹਾਨੂੰ ਇਹ ਮਾਈਂਡਸੈਟ ਹੈ, ਮੈਂ ਤੁਹਾਨੂੰ ਹੁਣ ਇੱਕ ਐਗਜ਼ਾਮਪਲ ਦੇ ਦੇਣਾ। ਆ ਪਿਛਲੇ
ਦਿਨਾਂ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਕਿ ਸਾਡੇ ਨਹੀਂ ਪ੍ਰੋਬਲਮ ਆਈ, ਇਹ ਕਮੇਟੀਆਂ ਦੇ ਵਿੱਚ ਲੋਕਲ ਗਵਰਨਮੈਂਟ 'ਚ ਪ੍ਰੋਬਲਮ ਆਈ ਕਿ ਜਿਹੜੀਆਂ ਫਲੈਟ ਬਣਾ ਕੇ ਅਪਾਰਟਮੈਂਟ ਬਣਾ ਕੇ ਜਿਹੜੀਆਂ ਉੱਤੇ ਰਜਿਸਟਰੀਆਂ ਦੇ ਉੱਪਰ ਬੈਨ ਲੱਗ ਗਿਆ ਜੀ। ਹੁਣ ਬਾਈ ਜੀ ਫਲੋਰ ਵਾਈਜ਼ ਹੁਣ ਤੁਸੀਂ ਮੈਨੂੰ ਗੱਲ ਦੱਸੋ, ਇੱਕ ਬੰਦੇ ਨੇ ਇੱਕ 500 ਗਜ ਦਾ ਪਲਾਟ ਹੈ ਜਿਹੜਾ ਉਹ ਲਿਆ, ਠੀਕ ਹੈ, ਉਹ ਇੱਕ ਸਿੰਗਲ ਪਲਾਟ ਲਿਆ, ਠੀਕ ਹੈ, ਤੇ ਉਹਨੇ ਗਰਾਊਂਡ ਫਰਸਟ ਸੈਕਿੰਡ 3 ਘਰ ਬਣਾਤੇ। ਹੁਣ ਉਹ 500 ਗਜ ਦੇ ਵਿੱਚ ਜਿਹੜਾ ਏਰੀਏ ਦਾ ਸੀਵਰੇਜ ਸਿਸਟਮ, ਲਾਈਟਿੰਗ ਸਿਸਟਮ, ਵਾਟਰ ਸਪਲਾਈ ਸਿਸਟਮ ਤੇ ਰੋਡਸ ਨੇ ਜਿਹੜੀਆਂ, ਉਹ ਤੇ ਇੱਕ ਪਲਾਟ ਲਈ ਨੇ, ਬਣ ਗਏ ਤਿੰਨ। ਹੁਣ ਉੱਥੇ 2 ਦੀ ਵੀ 6 ਗੱਡੀਆਂ ਖੜਨਗੀਆਂ, ਉੱਥੇ 4 ਦੀ ਵੀ ਉੱਥੇ 12 ਜਾਂ 16 ਬੰਦੇ ਰਹਿਣਗੇ। ਆਹ ਪ੍ਰੋਬਲਮਾਂ ਨੇ ਜਿਹੜੀਆਂ ਆਉਂਦੀਆਂ ਨੇ। ਆਪਾਂ ਆਪਣੇ ਹੋਇਆ ਕੀ ਪਿਆ, ਆਪਣੇ ਇੰਨੀ ਮਾਰ ਧਾੜ ਲੱਗੀ ਹੋਈ ਨੇ ਜੀ, ਪੈਸਾ ਜਿਵੇਂ ਨਾਲ ਲੈ ਕੇ ਜਾਣਾ ਹੁੰਦਾ ਹੈ। ਜਦੋਂ ਉਹ ਚੀਜ਼ਾਂ ਦੀ ਰੈਟ ਰੇਸ ਦੇ ਵਿੱਚ ਆਪਣੇ ਲੋਕ ਲੱਗ ਜਾਂਦੇ ਨੇ ਨਾ ਜੀ, ਉਦੋਂ ਮਾਰ ਪੈਂਦੀ ਹੈ। ਉਹਦੇ ਵਾਸਤੇ ਆਪਾਂ ਨੂੰ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਸਰਕਾਰ ਫੈਸਿਲਿਟੇਟਰ ਹੁੰਦੀ ਹੈ ਤੇ ਫੈਸਿਲਿਟੇਟ ਅਸੀਂ ਕਰ ਰਹੇ ਹਾਂ। ਅਸਲ ਦੇ ਵਿੱਚ ਉਹੀ ਗੱਲ ਤੁਹਾਡੀ ਕਿ ਵਿਜੇ ਆਪਾਂ ਅਕਸਰ ਦੇਖਦੇ ਹਾਂ ਕਿ ਲੋਕ ਕਿਤੇ ਨਾ ਕਿਤੇ ਸਰਕਾਰੀ ਚੀਜ਼ ਨੂੰ ਸਮਝਣ ਲੱਗ ਜਾਂਦੇ ਕਿ ਸ਼ਾਇਦ ਇਹ ਕਿਤੋਂ ਆਈ ਆ, ਤੇ ਅਕਸਰ ਅਸੀਂ ਅੱਗੇ ਤਾਂ ਇਹ ਚੀਜ਼ਾਂ ਸਰਕਾਰੀ ਪ੍ਰਾਪਰਟੀ ਨੂੰ ਤੋੜ ਭੰਨ ਬੜੀ ਸਰਕਾਰੀ। ਤੁਸੀਂ ਕੋਈ ਚੀਜ਼ ਕਹਿੰਦੇ ਆਪਾਂ ਇੱਥੇ ਕਿਸੇ ਨੇ ਕੋਈ ਚੀਜ਼ ਚਲਾ ਕੇ ਮਾਰੀ, ਆਪਾਂ ਕਹਿੰਦੇ ਯਾਰ ਸਰਕਾਰੀ ਥੋੜੀ ਹੈ, ਪਰ ਉਹ ਮਾਈਂਡਸੈਟ ਚੇਂਜ ਕਰਨ ਦੀ ਜ਼ਰੂਰਤ ਹੈ। ਸਰਕਾਰੀ ਤਾਂ ਤੁਹਾਡੀ ਆਪਣੀ ਹੈ। ਵਿਜੇ ਇੱਕ ਤੁਹਾਨੂੰ ਯਾਦ ਹੋਣਾ ਅਮਨ ਅਰੋੜਾ ਹੋਣੀ ਹਮੇਸ਼ਾ ਤੋਂ ਰੌਲਾ ਰੱਪਾ ਘੱਟ ਪਾਉਂਦੇ ਰਹੇ ਆ ਤੇ ਕਿਤੇ ਨਾ ਕਿਤੇ ਨਾ ਟੈਕਨੀਕਲੀ ਬੜਾ ਇਹ ਕੰਮ ਕਰਦੇ ਰਹੇ ਆ। ਇੱਕ ਪ੍ਰਾਈਵੇਟ ਬਿੱਲ ਲੈ ਕੇ ਆਏ ਸੀ ਅਮਨ ਜੀ, ਹਾਂਜੀ, ਕਿਹੜਾ? ਪੰਜਾਬ ਦੀ ਇੱਕ ਵੱਡੀ ਸਮੱਸਿਆ ਆ ਗਿਆ ਹੋਣਾ ਤੁਹਾਡੇ ਧਿਆਨ ਦੇ ਵਿੱਚ। 2 ਸਮੱਸਿਆਵਾਂ ਵੱਡੀਆਂ ਨੇ, ਇੱਕ ਤਾਂ ਕੂੜੇ ਦੀ ਤੇ ਦੂਜੀ ਗਾਈਆਂ ਦੀ। ਜਿਹੜੇ ਅਵਾਰਾ ਪਸ਼ੂ ਨੇ ਜਾਂ ਟੱਟੇ ਨੇ ਹਨਾ, ਉਹਨਾਂ ਦੀ ਇੱਕ ਵੱਡੀ ਸਮੱਸਿਆ ਸੀ। ਤੁਸੀਂ ਇੱਕ ਪ੍ਰਾਈਵੇਟ ਬਿੱਲ ਲੈ ਕੇ ਆਏ ਸੀ, ਉਦੋਂ ਤੁਸੀਂ ਵਿਰੋਧੀ ਧਿਰ 'ਚ ਬੈਠੇ ਸੀ, ਔਰ ਤੁਸੀਂ ਤੁਹਾਡੀ ਉਸ ਵੇਲੇ ਨੀਅਤ ਤੇ ਲੱਗਦਾ ਸੀ ਕਿ ਅਮਨ ਅਰੋੜਾ ਇੱਕ ਔਰ ਬੜਾ ਰਿਸਕ ਲੈ ਕੇ ਤੁਸੀਂ ਉਹ ਬਿੱਲ ਲੈ ਕੇ ਆਏ ਸੀ, ਰੌਲਾ ਵੀ ਪਿਆ। ਹੁਣ ਤੁਸੀਂ ਸੱਤਾ ਦੇ ਵਿੱਚ ਹੋ, ਉਹ ਦੁਬਾਰਾ ਚਰਚਾ ਛੇੜ ਰਹੇ ਹੋ, ਦੱਸ ਤੁਸੀਂ ਦਰਸ਼ਕਾਂ ਨੂੰ ਆਪ ਹੀ ਦਿਓ। ਦੇਖੋ, ਇਸ ਤਰ੍ਹਾਂ ਕਿ ਮੈਂ ਕਦੇ ਵੀ ਨਾ ਤਾਂ ਗੱਲ ਮੈਂ ਕਦੇ ਗੋਲ ਕੀਤੀ ਹੈ, ਨਾ ਮੈਂ ਕਦੇ ਆਪਦੀ ਗੱਲ ਬਦਲੀ ਹੈ। ਇਹ ਨਹੀਂ ਹੈ ਵੀ ਜੇ ਮੈਂ ਆਪੋਜੀਸ਼ਨ ਦੇ ਵਿੱਚ ਆ ਤੇ ਮੇਰੀਆਂ ਉਦੋਂ ਗੱਲਾਂ ਹੋਰ ਹੋਣਗੀਆਂ, ਤੇ ਜੇ ਮੈਂ ਸਰਕਾਰ ਦੇ ਵਿੱਚ ਆ ਮੇਰੀਆਂ ਗੱਲਾਂ ਉਦੋਂ ਹੋਰ ਹੋਣਗੀਆਂ। ਹਾਂ, ਗੱਲ ਉਹੀ ਹੈ, ਸਟੈਂਡ ਉਹੀ ਹੈ, ਥਾਟ ਪ੍ਰੋਸੈਸ ਉਹੀ ਹੈ। ਸਿਰਫ ਗੱਲ ਕਹਿਣ ਦਾ ਪਲੇਟਫਾਰਮ ਹੈ ਜਿਹੜਾ ਉਹ ਬਦਲ ਜਾਂਦਾ ਹੁੰਦਾ, ਤੇ ਉਹ ਬਦਲਣਾ ਵੀ ਚਾਹੀਦਾ। ਜੇ ਬੰਦਾ ਇਹ ਵੀ ਨਾ ਸਮਝ ਪਾਵੇ ਮੈਂ ਕਿੱਥੇ ਕਿਹੜੀ ਗੱਲ ਕਰਨੀ ਹੈ, ਤੇ ਫਿਰ ਉਹ ਕਿਸੇ ਕਾਬਿਲ ਵੀ ਨਹੀਂ ਹੁੰਦਾ। ਕਈ ਕਹਿੰਦੇ ਵੀ ਜਦੋਂ ਬੰਦਾ ਵਿਰੋਧ ਕਰਕੇ ਬੈਠਾ ਹੁੰਦਾ ਉਦੋਂ ਚੀਜ਼ਾਂ ਹੋਰ ਲੱਗਦੀਆਂ, ਸੱਤਾ ਜਾ ਕੇ ਚੀਜ਼ਾਂ ਹੋਰ ਲੱਗਦੀਆਂ। ਜਿਹੜੀ ਗੱਲ ਮੈਂ ਉਹਤੇ 2 ਆਰਟੀਕਲ ਲਿਖੇ ਨੇ, ਮੈਂ ਵਿਧਾਨ ਸਭਾ ਦੇ ਵਿੱਚ ਕਿਹਾ, ਬਹੁਤ ਵਾਰੀ ਕਿਹਾ, ਮੈਂ ਅੱਜ ਵੀ ਉਹਨਾਂ ਗੱਲਾਂ ਦੇ ਉੱਪਰ 100% ਕਾਇਮ ਆ। ਮੇਰੀ ਗੱਲ ਮੈਂ ਲੌਜਿਕਸ ਦੇ ਉੱਪਰ, ਫੈਕਟਸ ਦੇ ਉੱਪਰ ਕੀਤੀ ਸੀਗੀ, ਅੱਜ ਵੀ ਕਰਨਾ ਗੱਲ। ਹਾਂ, ਉਦੋਂ ਮੈਂ ਕਿਉਂਕਿ ਆਪੋਜੀਸ਼ਨ ਸੀਗਾ, ਸਰਕਾਰ ਦੇ ਨਾਲ ਆਮਣੇ ਸਾਹਮਣੇ ਖੜ ਕੇ ਗੱਲ ਕੀਤੀ ਸੀ। ਹੁਣ ਮੈਂ ਸਰਕਾਰ ਦੇ ਵਿੱਚ ਬਹਿ ਕੇ ਕੀ ਹੋਣਾ ਚਾਹੀਦਾ ਹੈ, ਇੱਕ ਵਾਰੀ ਦੱਸ ਦਿਓ। ਦੇਖੋ, ਬੜਾ ਸਪਸ਼ਟ ਸੀਗਾ ਕਿ ਜਿਹੜੀ ਡਿਫਰੈਂਸ਼ੀਅਲ ਹੈ ਜਿਹੜਾ ਉਹ ਹੋਣਾ ਚਾਹੀਦਾ। ਜਿਹੜੀ ਦੇਸੀ ਗਊ ਮਾਤਾ ਹੈ ਉਹ ਸਾਡੇ ਧਰਮ ਮੁਤਾਬਕ ਉਹ ਸਾਡੀ ਹੈ। ਤੁਸੀਂ DNA ਟੈਸਟ ਕਰਾ ਲਓ, ਤੁਸੀਂ ਜੈਨੇਟਿਕਲੀ ਟੈਸਟ ਕਰਾ ਲਓ। ਜਿਹੜਾ ਅਮਰੀਕੀ ਢੱਠਾ ਹੈ ਉਸ ਨਸਲ ਦਾ ਸਾਡੀ ਦੇਸੀ ਗਊ ਮਾਤਾ ਨਾਲ, ਜਿਹਨੂੰ ਅਸੀਂ ਪੂਜਦੇ ਹਾਂ, ਜਿਹਨੂੰ ਅਸੀਂ ਉਹਦੀ ਮਾਂ ਮੰਨਦੇ ਹਾਂ, ਉਹਦੇ ਨਾਲ ਕੋਈ ਲਿੰਕ ਨਹੀਂ ਹੈ। ਇਹ ਡਿਫਰੈਂਸ਼ੀਅਲ ਹੈ ਜਿਹੜਾ ਇਹ ਹੋਣਾ ਚਾਹੀਦਾ। ਪਰ ਜੇ ਆਪਾਂ ਕਹੀਏ ਵੀ ਇਕੱਲਾ ਸਰਕਾਰ ਇੰਪਲੀਮੈਂਟ ਕਰ ਲੂ, ਨਾ, ਇਹਦੇ 'ਚ ਜਿਹੜੇ ਧਰਮ ਗੁਰੂ ਨੇ, ਜਿਹੜੇ ਕੋਈ ਮਹਾਂਪੁਰਖ ਨੇ, ਜਿਹੜੇ ਇਸ ਲਾਈਨ ਨੂੰ ਲੋਕਾਂ ਤੱਕ ਲੈ ਕੇ ਜਾ ਸਕਦੇ ਨੇ। ਵਿਵਾਦ ਵੀ ਛਿੜ ਜਾਂਦੇ ਕੀ ਵਾਰੀ। ਹਾਂ, ਮੈਂ ਕਹਿੰਦਾ ਦੇਖੋ ਗੱਲ ਸਮਝੋ, ਕਿਉਂਕਿ ਇਹ ਬੜੀ ਬਰੀਕ ਲਾਈਨ ਹੁੰਦੀ ਹੈ, ਇਸ ਨੂੰ ਇੱਧਰ ਉੱਧਰ ਜਾਣਾ ਬਹੁਤ ਸੈਂਸਿਟਿਵ ਇਸ਼ੂ ਬਣ ਜਾਂਦੇ ਆ। ਇਸੇ ਕਰਕੇ ਤਾਂ ਮੈਂ ਤਾਂ ਕਹਿੰਦਾ ਮੇਰਾ ਔਰ ਉਦੋਂ ਬੜੀ ਦਲੇਰੀ ਵਿਖਾਈ ਸੀ ਤੁਸੀਂ, ਇਹ ਵਿਰੋਧ ਤਾਂ ਉਦੋਂ ਵੀ ਹੋਇਆ। ਮੈਂ ਅੱਜ ਹੀ ਕਦੋਂ ਮਗਰ ਹਟ ਰਿਹਾ, ਲੈ ਇਹ ਤਾਂ ਸੱਤਾ 'ਚ ਵੀ ਹੋ। ਮੈਂ ਸੱਤਾ 'ਚ, ਫਿਰ ਮੈਂ ਉਹੀ ਕਹਿ ਰਿਹਾ ਨਾ ਜੀ ਵੀ ਉਦੋਂ ਗੱਲ ਇੰਪਲੀਮੈਂਟ ਹੋ ਸਕਦਾ, ਹੁਣ ਇਹ ਸਮਝਣਾ ਚਾਹੂੰਗਾ। ਨਹੀਂ, ਇੰਪਲੀਮੈਂਟ ਸਭ ਕੁਝ ਹੋ ਸਕਦਾ ਹੈ, ਪਰ ਲੋਕਾਂ ਦਾ ਮਾਈਂਡ ਕੋਸ਼ਿਸ਼ ਕਰਨੀਆਂ, ਲੋਕਾਂ ਦੇ ਮਾਈਂਡ ਦੀ ਕਲੈਰਿਟੀ ਜਿਹੜੀ ਉਹ ਹੋਣੀ ਚਾਹੀਦੀ ਹੈ। ਸਦਨ 'ਚ ਦੁਬਾਰਾ ਗੱਲ ਹੋਏਗੀ। ਮੈਂ ਕਹਿੰਦਾ ਮੈਂ CM ਸਾਹਿਬ ਨਾਲ ਮੈਂ ਕੈਬਨਿਟ 'ਚ ਵੀ ਕੀਤੀ ਹੈ, ਉਹ 'ਚ ਹਰਜ਼ ਕੀ ਹੈ। ਉਦੋਂ ਸਦਨ 'ਚ ਆਮਣੇ ਸਾਹਮਣੇ ਬਹਿ ਕੇ ਕੀਤੀ ਸੀਗੀ, ਹੁਣ ਮੈਂ ਵਿੱਚ ਬਹਿ ਕੇ ਕੀਤੀ ਹੈ, ਸਮਝਾਇਆ ਕਿ ਗੱਲ ਕੀਤੀ ਹੈ ਵੀ ਜੀ ਇਹ ਗੱਲ ਮੈਂ ਨਹੀਂ ਕਰ ਸਕਦਾ ਹੈਗਾ, ਇਹ ਇਕੱਲੀ ਸਰਕਾਰ ਨਹੀਂ ਕਰ ਸਕਦੀ ਹੈਗੀ। ਇਹ ਲੋਕਾਂ ਨੂੰ, ਪੰਜਾਬ ਦੇ 3.25 ਕਰੋੜ ਲੋਕਾਂ ਨੂੰ ਕਲੈਰਿਟੀ ਹੈ ਜਿਹੜੀ। ਮੇਰਾ ਸਿਰਫ ਇਹਦੇ 'ਚ ਇੱਕ ਲੌਜਿਕ ਹੈ ਵੀ ਬੰਦੇ ਦੀ, ਕਿਸੇ ਦੇ ਧੀ ਪੁੱਤ ਦੀ ਜਾਨ ਇੰਨੀ ਸਸਤੀ ਨਹੀਂ ਹੈਗੀ ਵੀ ਉਹਨੂੰ 2 ਅਮਰੀਕੀ ਢੱਠੇ ਭਿੜਦੇ ਹੋਏ ਉਹਨੂੰ ਸਿੰਘਾਂ ਤੇ ਚੱਕ ਲੈਣਾ। ਤੁਹਾਡੇ ਇਲਾਕੇ ਦੇ ਵਿੱਚ ਕਿੰਨੇ ਬਜ਼ੁਰਗ? ਮੈਂ ਕਹਿੰਦਾ ਸਾਰੇ ਪੰਜਾਬ ਦੇ ਵਿੱਚ ਬਾਈ ਜੀ ਤਰਾ ਨਿਕਲ ਜਾਂਦਾ। ਕੱਲੇ ਸਨਾਮ ਦੀ ਕਿਉਂ, ਮੈਂ ਤਾਂ ਕਹਿੰਦਾ ਵੀ ਕੱਲ ਸਾਰੇ ਪੰਜਾਬ ਦਾ ਘਰ ਹੈ ਜਿਹੜਾ ਉਹ ਮੇਰਾ ਘਰ ਹੈ। ਸਾਰਾ ਪੰਜਾਬ ਜਿਹੜਾ ਮੇਰਾ ਫੈਮਿਲੀ ਮੈਂਬਰ ਹੈ। ਕੱਲ ਨੂੰ ਜੇ ਅੱਜ ਕਿਸੇ ਦੇ ਬੱਚੇ ਨਾਲ ਹੁੰਦੀ ਹੈ ਤੇ ਕੱਲ ਨੂੰ ਮੇਰੇ ਬੱਚੇ ਨਾਲ ਵੀ ਹੋ ਸਕਦੀ ਹੈ। ਇਸ ਕਰਕੇ ਹਿਊਮਨ ਲਾਈਫ ਹੈ ਜਿਹੜੀ ਉਹ ਮੋਸਟ ਇੰਪੋਰਟੈਂਟ ਹੈ, ਉਹ ਮੋਸਟ ਪ੍ਰੈਸ਼ੀਅਸ ਹੈ, ਸਭ ਤੋਂ ਕੀਮਤੀ ਹੈ, ਤੇ ਉਹ ਗਵਾਈ ਨਹੀਂ ਜਾ ਸਕਦੀ ਹੈ ਕਿ ਕਿਸੇ ਵੀ ਅੰਧ ਵਿਸ਼ਵਾਸ ਕਰਕੇ। ਮੈਂ ਥੋੜਾ ਜਿਹਾ ਸ਼ਹਿਰੀ ਵਿਕਾਸ ਵਾਲੇ ਪਾਸੇ ਆਪਾਂ ਦੁਬਾਰਾ ਮੁੜਦੇ ਆਂ
ਇੱਕ ਚੀਜ਼ ਦੀ ਚਰਚਾ ਅਸੀਂ ਬੜੇ ਸਾਲ ਪਹਿਲਾਂ ਸੁਣਦੇ ਰਹੇ ਹਾਂ, ਮੈਟਰੋ ਪ੍ਰੋਜੈਕਟ ਦੀ, ਕਿ ਮੈਟਰੋ ਪ੍ਰੋਜੈਕਟ ਜਦੋਂ ਸੁਖਬੀਰ ਬਾਦਲ 2007 ਦੇ ਵਿੱਚ ਆਏ ਤਾਂ ਉਹਨਾਂ ਨੇ ਪਹਿਲਾ ਬਿਆਨ ਸਭ ਤੋਂ ਪਹਿਲਾਂ ਇਹੀ ਦਿੱਤਾ ਸੀ ਕਿ ਅਸੀਂ ਮੈਟਰੋ ਸ਼ੁਰੂ ਕਰਾਂਗੇ ਦਿੱਲੀ ਦੀ, ਬੰਬੇ ਦੀ, ਮਲਟੀ ਜਿਹੜੇ ਪੋਲੀਟਨ ਸਿਟੀ ਹੈ ਉਹਨਾਂ ਦੀ ਤਰਜ਼ ਤੇ। ਸੋ ਹੁਣ ਤੁਸੀਂ ਜਦੋਂ ਤੁਸੀਂ ਸਮਾਰਟ ਸਿਟੀ ਦੀ ਜਾਂ ਅਰਬਨ ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਉਹਦੇ 'ਚ ਕਿਤੇ ਇਹਨਾਂ ਪ੍ਰੋਜੈਕਟਾਂ ਦੀ ਗੁੰਜਾਇਸ਼ ਲੱਗਦੀ ਹੈ ਜਾਂ ਸਰਕਾਰ ਕਿਤੇ ਉਸ ਨੋਟ ਤੇ ਸੋਚ ਰਹੀ ਹੈ? ਦੇਖੋ ਇਸ ਤਰ੍ਹਾਂ ਹੈ ਕਿ ਇਹਦੇ ਵਿੱਚ ਸਰਕਾਰ ਦੀ ਔਰ ਖਾਸ ਤੌਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਵਿਜ਼ਨ ਹੈ ਜਿਹੜੀ ਉਹ ਬੜੀ ਕਲੀਅਰ ਹੈ। ਅੱਜ ਸਮੇਂ ਦੇ ਹਾਣੀ ਬਣਨਾ ਪਊਗਾ ਤੇ ਅੱਜ ਲੋੜ ਹੈ ਕਿ ਜਿਹੜੇ ਵਰਲਡ ਕਲਾਸ ਜਿਹੜੇ ਕਲਾਸ ਅਪਾਰਟ ਜਿਹੜੇ ਟਰਾਂਸਪੋਰਟੇਸ਼ਨ ਮੋਡਸ ਹੈਗੇ ਉਹਦੇ 'ਚ ਨਾਰਮਲ ਜਿਹੜੀ ਮੈਟਰੋ ਹੈ ਉਹ ਆ ਗਈ, ਮੈਟਰੋ ਲਾਈਟ ਆ ਗਈ, ਮੈਟਰੋ ਨੀਓ ਆ ਗਈ, 3 ਵੇਰੀਐਂਟਸ ਨੇ ਮੈਟਰੋ ਦੇ। ਇਹ ਵੱਡੇ ਸ਼ਹਿਰਾਂ ਦੇ ਵਿੱਚ ਇਹ ਹੋਣੀ ਚਾਹੀਦੀ ਹੈ ਤੇ ਇਸੇ ਮਕਸਦ ਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਫੀਜ਼ੀਬਿਲਿਟੀ ਸਟੱਡੀ ਹੈ ਜਿਹੜੀ ਉਹ ਕਰਵਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਰਾਈਟ 2 ਆਰਗੇਨਾਈਜੇਸ਼ਨ ਨੇ ਇਸ 'ਚ, ਇੱਕ ਰਾਈਟਸ ਤੇ ਇੱਕ UMTC, ਉਹਨਾਂ ਦੇ ਨਾਲ ਜਿਹੜੀਆਂ ਪ੍ਰਾਇਮਰੀ ਮੀਟਿੰਗਸ ਨੇ ਜਿਹੜੀਆਂ ਉਹ ਹੋਈਆਂ ਨੇ। ਇਹ ਸਾਰਾ ਕੁਝ ਸ਼ੁਰੂਆਤ ਕਿੱਥੋਂ ਕਰਨੀ ਚਾਹੁੰਦੇ ਹੋ? ਨਹੀਂ, ਅਸੀਂ ਤਾਂ ਚਾਹੁੰਦੇ ਆ ਵੀ ਮੋਹਾਲੀ, ਲੁਧਿਆਣਾ, ਜਲੰਧਰ, ਲੁਧਿਆਣਾ ਸਭ ਤੋਂ ਅੰਮ੍ਰਿਤਸਰ, ਵੱਡੀ ਸਮੱਸਿਆ ਬਣੀ ਹੋਈ। ਲੁਧਿਆਣਾ ਸਾਰੇ ਕਿਤੇ ਸਮੱਸਿਆ ਜੀ। ਹੁਣ ਤੁਸੀਂ ਮੋਹਾਲੀ, ਮੇਰੀ ਗੱਲ ਸੁਣੋ, ਤੁਸੀਂ 에ਅਰਪੋਰਟ ਰੋਡ ਦੀ ਗੱਲ ਹੈ, ਅੱਜ ਤੋਂ 7-8 ਸਾਲ ਪਹਿਲਾਂ ਕਿਸੇ ਨੇ 에ਅਰਪੋਰਟ ਰੋਡ ਸੁਣੀ ਨਹੀਂ ਸੀਗੀ। 7-8 ਸਾਲਾਂ ਦੇ ਵਿੱਚ ਚੌਕ ਹੋਣ ਲੱਗ ਗਈ, ਇੰਨਾ ਟ੍ਰੈਫਿਕ ਵੱਧ ਗਿਆ। ਲੁਧਿਆਣੇ ਤੁਸੀਂ ਕਿਉਂਕਿ ਸੜਕਾਂ ਦੇ ਉੱਪਰ ਥਾਂ ਹੀ ਨਹੀਂ ਹੈਗੀ, ਉੱਥੇ ਪਬਲਿਕ ਟਰਾਂਸਪੋਰਟ ਨੂੰ ਤੁਸੀਂ ਬਿਹਤਰ ਬਣਾਓਗੇ ਤਾਂ ਇਹ ਟ੍ਰੈਫਿਕ ਘਟ ਸਕਦਾ ਹੈ। ਨਹੀਂ ਡਾਕਟਰ ਸਾਹਿਬ, ਤੁਸੀਂ ਲੁਧਿਆਣੇ ਦੀ ਸਪੈਸੀਫਿਕ ਦੇਖੋ, ਲੁਧਿਆਣੇ ਦੀਆਂ ਸੜਕਾਂ ਭੀੜੀਆਂ ਨੇ, ਥਾਂ ਹੈ ਨਹੀਂ ਗੀ, ਬੱਸ ਚੱਲ ਨਹੀਂ ਸਕਦੀ ਹੈਗੀ, ਸਾਰਾ ਅਨਆਰਗੇਨਾਈਜ਼ ਸੈਕਟਰ ਦੇ ਵਿੱਚ ਹੈ। ਉਹ ਅਲਟੀਮੇਟਲੀ ਸਰਕਾਰ ਨੂੰ ਕੋਈ ਨਾ ਕੋਈ ਤਾਂ ਮੋਡ ਆਫ ਟਰਾਂਸਪੋਰਟ ਦੇਣਾ ਹੀ ਪਊਗਾ ਨਾ। ਅੰਮ੍ਰਿਤਸਰ ਹਰ ਰੋਜ਼ ਲੱਖ ਬੰਦਾ ਹੈ ਜਿਹੜਾ ਉਹ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਰਾਮ ਤੀਰਥ ਮੱਥਾ ਟੇਕਣ ਆਉਂਦਾ ਹੈ। ਤੁਸੀਂ 2-4 ਪੁਆਇੰਟਸ ਨੂੰ ਜਿਹੜੇ ਟੂਰਿਸਟ ਪੁਆਇੰਟਸ ਨੇ ਉਹਨਾਂ ਨੂੰ ਹੀ ਤੁਸੀਂ ਇਹਨਾਂ ਥਾਵਾਂ ਨਾਲ ਕਨੈਕਟ ਕਰ ਦਿਓ ਤੇ ਕਿੰਨੀਆਂ ਰੋਡਸ ਕਿੰਨੀਆਂ ਆਫਲੋਡ ਹੋ ਜਾਣਗੀਆਂ। ਸੋ ਇਹ ਸਾਰੇ ਚਾਰੇ ਸਵਾਲ ਹੋਈ ਵੀ ਕੀ ਇਹ ਚੀਜ਼ ਹੋ ਵੀ ਪਾਊਗਾ ਜਾਂ ਫਿਰ ਗੱਲੀ ਬਾਤੀ ਤਾਂ ਨਹੀਂ? ਕਿੱਥੇ ਇਹ ਪਹੁੰਚਿਆ, ਮਤਲਬ ਕਿੱਥੇ ਪਹੁੰਚਿਆ, ਥੋੜਾ ਡਿਟੇਲ ਚ ਦੱਸ ਦਿਓ। ਦੇਖੋ ਇਸ ਤਰ੍ਹਾਂ ਹੈ ਕਿ ਇਹੋ ਜੀ ਕੋਈ ਚੀਜ਼ ਨਹੀਂ ਹੁੰਦੀ ਹੈਗੀ ਜਿਹੜੀ ਨਾ ਹੋ ਸਕਦੀ ਹੋਵੇ, ਪਰ ਤੁਹਾਨੂੰ ਅੱਗਾ ਦੌੜ ਪਿੱਛਾ ਚੌੜ ਕਰਕੇ ਨਹੀਂ ਤੁਸੀਂ ਚੱਲ ਸਕਦੇ ਹੈਗੇ। ਤੁਹਾਡੀ ਬੜੀ ਸ਼ਾਰਟ ਟਰਮ, ਮਿਡ ਟਰਮ ਤੇ ਲੌਂਗ ਟਰਮ ਪਲੈਨਿੰਗ ਹੈ ਜਿਹੜੀ ਉਹ ਹੋਣੀ ਚਾਹੀਦੀ। ਤੁਹਾਡਾ ਗੋਲ ਹੈ ਜਿਹੜਾ ਵੀ ਫਾਈਨਲੀ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੋ, ਤੇ ਉਹਦੇ ਵਿੱਚ ਸਾਡਾ ਗੋਲ ਬੜਾ ਕਲੀਅਰ ਹੈ। ਅਸੀਂ ਕੋਈ ਇਕੱਲੇ ਬਿਆਨਬਾਜ਼ੀਆਂ ਤੱਕ ਸੀਮਿਤ ਨਹੀਂ ਹੈਗੇ। ਮਾਨ ਸਾਹਿਬ ਦੀ ਬੜੀਆਂ ਕਲੀਅਰ ਡਾਇਰੈਕਸ਼ਨਸ ਨੇ ਵੀ ਇਹਨੂੰ ਪ੍ਰੋਪਰ ਥੋਰੋਲੀ ਸਟੱਡੀ ਕਰਕੇ ਉਸ ਤੋਂ ਬਾਅਦ ਅਸੀਂ ਸਟੈਪ ਬਾਏ ਸਟੈਪ ਚੱਲਾਂਗੇ। ਸਭ ਤੋਂ ਵੱਡੀ ਸਮੱਸਿਆ, ਸਭ ਤੋਂ ਵੱਡੀ ਪ੍ਰੋਬਲਮ ਹੈ ਜੀ, ਪਰ ਉਹ ਵੀ ਕਰਾਂਗੇ ਹੱਲ। ਮੈਂ ਉਹੀ ਕਹਿੰਦਾ ਜੀ, ਜਹਾਂ ਚਾਹ ਵਹਾਂ ਰਾਹ। ਕਹਿੰਦੇ ਕਰਜ਼ਾ ਪਹਿਲਾਂ ਨਾਲੋਂ ਵੱਧ ਸਪੀਡ ਤੇ ਚੱਲ ਰਿਹਾ, ਫਿਰ ਕਿੱਦਾਂ ਪੋਸੀਬਲ ਹੋਏਗਾ? ਜਾਂ ਹਲੇ ਕਿਰਾ ਪੈਰ ਲਾ ਰਹੇ ਹੋ? ਦੇਖੋ ਬਾਈ ਜੀ, ਗੱਲ ਇਹ ਹੈ ਕਿ ਜਿਹੜੇ ਅਜੇ ਕਹਿ ਰਹੇ ਨੇ ਕਰਜ਼ਾ ਚੜਾਇਆ ਵੀ ਉਹਨਾਂ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਰਜ਼ਾ ਚਾੜਿਆ ਵੀ ਬੰਦਿਆਂ ਨਹੀਂ ਹੈ ਤੇ ਪ੍ਰਮਾਤਮਾ ਮਿਹਰ ਕਰੇ ਉਤਾਰਨਗੇ ਵੀ ਬੰਦੇ ਹੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪਰ ਹਾਂ ਇਹ ਹੈ ਵੀ ਜੇ ਕੋਈ ਅੱਜ ਹੀ ਕਹੇ ਵੀ ਮੈਂ ਤਲੀ ਤੇ ਸਰੋਂ ਜਮਾ ਲਓ 5 ਸਾਲਾਂ ਜੰਮ ਜੂ, ਮੈਂ ਕੋਈ ਗਰੰਟੀ ਨਹੀਂ ਕਰਦਾ। ਐਵੇਂ ਝੂਠ ਬੋਲਾਂ ਕਿਵੇਂ ਜੰਮ ਜੂਗਾ ਜੀ? ਮੈਨੂੰ ਦੱਸੋ। ਚੜਾਉਣ ਲੱਗਿਆ ਤਾਂ 20 ਸਾਲਾਂ ਦੇ ਵਿੱਚ ਅਸਰ ਦਿਖੂ ਕੁਝ, ਬੀ ਪੁੰਗਰ ਨੇ ਸ਼ੁਰੂ ਹੋਣਗੇ। ਮੈਂ ਕਹਿੰਦਾ ਬੀ ਪੁੰਗਰ ਨੇ ਸ਼ੁਰੂ ਹੋ ਗਏ, ਤੁਹਾਨੂੰ ਨਜ਼ਰ ਨਹੀਂ ਆਏ ਜੇ ਇੱਟਾਂ ਜੇ ਸਹੀ ਹੋ ਰਹੀਆਂ ਨੇ। ਹੁਣ ਤੁਹਾਨੂੰ ਮੈਂ ਇੱਕ ਹੋਰ ਐਗਜ਼ਾਮਪਲ ਦੱਸ ਦਿੰਦਾ, ਹੋਰ ਐਗਜ਼ਾਮਪਲ ਸੁਣ ਲਓ, ਛੋਟੀ ਜੀ ਹੈ, ਜਸਟ ਟਿਪ ਆਫ ਦਾ ਆਈਸਬਰਗ। ਸਾਡੇ ਵੀ ਬਾਹਰ ਦੀ ਸੜਕ ਹੈ, ਕੋਈ ਵੀ ਠੀਕ ਕਰਵਾ ਦਿਓ। ਕਰਾ ਦਿੰਦੇ, ਦੱਸੋ ਹੁਕਮ ਕਰੋ। ਮੇਰਾ ਹਾਊਸਿੰਗ ਦੇ ਵਿੱਚ ਹੀ ਗਲਾਡਾ ਕੋਲੇ ਸਾਡੇ ਕੋਲੇ ਇੱਕ 2.2 ਏਕੜ ਦੀ ਥਾਂ ਪਈ ਹੈ। ਉਹ ਜਗ੍ਹਾ ਹੈਗੀ ਵੀ ਜੋ ਸਪੋਜ਼ ਕਿਸੇ ਨੇ ਕੋਈ ਕਨਵੈਨਸ਼ਨ ਕਰਨੀ ਹੈ, ਕੋਈ ਵਿਆਹ ਕਰਨਾ ਹੈ, ਕੋਈ ਫੰਕਸ਼ਨ ਕਰਨਾ ਹੈ, ਤੇ ਰਾਮਲੀਲਾ ਦੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਤਿਉਹਾਰਾਂ ਵਾਲੇ ਦਿਨਾਂ ਦੇ ਵਿੱਚ 10-15 ਦਿਨਾਂ ਦੀ ਰਾਮਲੀਲਾ ਚੱਲਣੀ ਹੁੰਦੀ ਹੈ, ਉਹ ਅਸੀਂ ਉੱਥੇ ਕਿਰਾਏ ਤੇ ਗਲਾਡਾ ਦਿੰਦੀ ਸੀਗੀ। 15 ਦਿਨ ਦਾ ਕਿਰਾਇਆ ਸੀਗਾ। ਤੁਸੀਂ ਪਹਿਲਾਂ ਜਿਹੜਾ ਪਿਛਲੇ ਸਾਲ ਤੱਕ ਕਿਰਾਇਆ ਉਹਦਾ ਮੈਕਸਿਮਮ ਪਰ ਡੇ ਕਿਰਾਇਆ ਸੀਗਾ ਜਿਹੜਾ ਉਹ ਗਿਆ ਸੀਗਾ 15,100, ਹੁਣ ਤੱਕ ਦਾ ਹਾਈਐਸਟ 70 ਸਾਲਾਂ ਦੇ ਵਿੱਚ। ਠੀਕ ਹੈ, ਤੇ ਹੁਣ ਉਹ ਦੇਖੋ ਤੁਸੀਂ ਗੈਸ ਕਰੋ ਵੀ ਕਿੰਨੇ ਤੇ ਗਿਆ ਹੋਊਗਾ। 4,71,000 ਰੁਪਇਆ ਰੋਜ਼ ਦਾ ਕਿਰਾਇਆ। ਬਾਈ ਜੀ 15 ਦਿਨਾਂ ਦੇ ਵਿੱਚ 70 ਲੱਖ ਰੁਪਇਆ ਕਿਰਾਇਆ ਜਿਹੜਾ ਉਹ ਗਲਾਡਾ ਕੋਲ ਵੱਧ ਆ ਗਿਆ। ਹੁਣ ਉਹ 70 ਲੱਖ ਕਿਸੇ ਨਾ ਕਿਸੇ ਦੇ ਕੋਲੇ ਤਾਂ ਗਿਆ ਹੀ ਹੋਊਗਾ। ਇਹ ਤਾਂ ਛੋਟੀ ਜਿਹੀ ਮੈਂ ਇੱਕ ਐਗਜ਼ਾਮਪਲ ਦੱਸ ਰਿਹਾ ਹਾਂ। ਵੱਡੇ ਹੁਣ ਤੱਕ ਤੁਸੀਂ ਮੇਰੇ ਲੀਡਰ ਸੁਣੇ ਹੋਣਗੇ ਵੀ ਜਿਨ੍ਹਾਂ ਨੇ ਜੀ ਜ਼ਮੀਨਾਂ ਤੇ ਕਬਜ਼ੇ ਕਰ ਲਏ। ਛਡਾਉਂਦਾ ਜਾਂਦਾ ਕੋਈ ਮੰਤਰੀ ਪਹਿਲੀ ਵਾਰੀ ਦੇਖਿਆ? ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕੰਮ ਅਸੀਂ ਸਾਫ਼ ਨੀਅਤ ਨਾਲ ਕਰ ਰਹੇ ਹਾਂ, ਪਰ ਜੇ ਕਹੀਏ ਵੀ ਨਾ ਚਾਹੇ ਡਾਕਟਰ ਜਿਹੜਾ ਮਰਜ਼ੀ ਵੱਡਾ ਤਗੜਾ ਹੋਵੇ, ਦੁਨੀਆ ਜਿੱਥੇ ਮਰਜ਼ੀ ਵਗ ਜਾਓ,
ਜੇ ਕੈਂਸਰ ਹੋਇਆ ਹੋਇਆ ਨਾ ਜੀ ਤੇ ਡਿਸਪਰਿਨ ਦੀ ਗੋਲੀ ਨਾਲ ਜਾਂ ਹੱਥ ਤੇ ਉਂਗਲ ਤੇ ਬੈਂਡੇਡ ਲਾ ਕੇ ਲੋਟ ਨਹੀਂ ਹੋਣਾ ਹੈਗਾ ਮਰੀਜ਼। ਤੁਸੀਂ ਟੀਕਾ ਵੱਡਾ ਲਾਉਣਾ ਟੀਕਾ ਵੱਡਾ ਲਾਉਣਾ ਪਊਗਾ, ਕੀਮੋ ਕਰਾਉਣੀਆਂ ਪੈਣਗੀਆਂ, ਦਰਦ ਵੀ ਹੋਊਗਾ, ਪਰ ਠੀਕ ਕਰ ਦਾਂਗੇ, ਇਹ ਗਾਰੰਟੀ ਹੈ। ਦਵਾਈਆਂ ਦੀ ਤੁਸੀਂ ਗੱਲ ਕੀਤੀ, ਆਪਾਂ ਦਵਾਈਆਂ ਤੋਂ ਆਪਾਂ ਥੋੜਾ ਕਲੀਨਿਕ ਵਾਲੇ ਪਾਸੇ ਚੱਲਦੇ ਆ। ਫਿਰ ਮੁਹੱਲਾ ਕਲੀਨਿਕ ਇੱਕ ਤੁਹਾਡਾ ਵੱਡਾ ਪ੍ਰੋਜੈਕਟ ਜਿਹਨੂੰ ਲੈ ਕੇ ਤੁਸੀਂ ਕੋਸ਼ਿਸ਼ ਕੀਤੀ ਕਿ ਅਸੀਂ 500 ਦਾ ਕਰਤਾ, ਤੇ ਦੂਜੇ ਪਾਸੇ ਰੌਲਾ ਵੀ ਉਨਾ ਹੀ ਪੈਣ ਲੱਗ ਗਿਆ। ਰੋਜ਼ ਵੀਡੀਓ ਜਾਰੀ ਕਰੀਆਂ ਜਾਂਦੀਆਂ, ਕਹਿੰਦੇ ਵੀ ਇਹ ਤਾਂ ਸਾਡੇ ਪੁਰਾਣੇ ਜਿਹੜੇ ਡਿਸਪੈਂਸਰੀਆਂ ਸੀ ਉਹ ਬੰਦ ਕਰਤੀਆਂ, ਕਈ ਕਹਿੰਦੇ ਜੀ ਬੋਰਡ ਲਾਤਾ, ਬੋਰਡ ਬਦਲਤਾ। ਇਹ ਰੌਲਾ ਕਿਉਂ ਪਿਆ? ਜੇ ਤੁਸੀਂ ਕਹਿੰਦੇ ਹੋ ਕਿ ਵਾਕਈ ਚੀਜ਼ਾਂ ਠੀਕ ਸੀ, ਐਵੇਂ ਰੌਲਾ ਕਿਉਂ ਪੈ ਗਿਆ ਫਿਰ? ਦੇਖੋ ਗੱਲ ਇਹ ਹੈ ਕਿ ਜਿਨ੍ਹਾਂ ਦੀ ਤਬੀਅਤ ਠੀਕ ਹੋ ਰਹੀ ਹੈ, ਸਿਹਤ ਠੀਕ ਹੋ ਰਹੀ ਹੈ, ਉਹ ਤਾਂ ਚੁੱਪ ਨੇ, ਉਹ ਸ਼ਾਂਤ ਨੇ, ਚੁੱਪ ਕਰਕੇ ਇਲਾਜ ਕਰਾ ਰਹੇ ਨੇ। ਜਿਨ੍ਹਾਂ ਦੀ ਸਿਆਸੀ ਤਬੀਅਤ ਖਰਾਬ ਹੋ ਰਹੀ ਹੈ ਉਹ ਰੌਲਾ ਜ਼ਰੂਰ ਪਾ ਰਹੇ ਨੇ। ਪਾਉਣ ਚੰਗੀ ਗੱਲ ਹੈ, ਇਹ ਤੋਂ ਪਤਾ ਲੱਗ ਰਿਹਾ ਹੈ ਵੀ ਸਾਡਾ ਮਾਡਲ ਹੈ ਜਿਹੜਾ ਉਹ ਕਾਮਯਾਬ ਹੈ। ਨਹੀਂ, ਪਰ ਉਹ ਵੀ ਆਪਦੇ ਮੇਰੀ ਫੈਕਟਰ ਦੇ ਸੁਣ ਤਾਂ ਲਓ ਬਈ ਜੀ, ਜਿੰਨਾ ਉਹ ਵੱਧ ਰੌਲਾ ਪਾਉਣਗੇ ਉਨੀ ਮੈਂ ਸਮਝਦਾ ਕਿ ਸਾਡੇ ਮੁਹੱਲਾ ਕਲੀਨਿਕ ਵੱਧ ਕਾਮਯਾਬ ਨੇ। 100 ਦਾ ਰਿਜ਼ਲਟ ਤੁਹਾਨੂੰ ਮੈਂ ਦੱਸ ਦੇਣਾ। ਉਸ ਦਿਨ ਅਰਵਿੰਦ ਜੀ ਤੇ ਮਾਨ ਸਾਹਿਬ ਉਹਨਾਂ ਨੇ ਵੀ ਦੱਸਿਆ, 15 ਅਗਸਤ ਨੂੰ ਸ਼ੁਰੂ ਕਰਕੇ ਅੱਜ 6 ਮਹੀਨਿਆਂ ਦੇ 6 ਤਾਂ ਵਜੇ ਪੂਰੇ ਹੋਏ ਨਹੀਂ ਹੈਗੇ, 5.5 ਮਹੀਨਿਆਂ ਦੇ ਵਿੱਚ 10.25 ਲੱਖ ਲੋਕਾਂ ਦਾ ਇਲਾਜ ਹੋ ਗਿਆ ਉੱਥੇ। 1.25 ਲੱਖ ਹੈ ਜਿਹੜਾ ਉਹ ਟੈਸਟ ਹੋ ਗਿਆ। ਆ ਜਿਹੜੇ ਰੌਲਾ ਪਾਉਂਦੇ ਨੇ ਇਹਨਾਂ ਨੂੰ ਇੱਥੇ ਬੁਲਾਇਓ, ਮੇਰੀ ਥਾਂ ਤੇ ਬਿਠਾਇਓ ਤੇ ਇਹਨਾਂ ਨੂੰ ਐਂ ਪੁੱਛੋ ਜੀ ਤੁਸੀਂ 10 ਸਾਲ ਰਾਜ ਕਰਕੇ ਅਕਾਲੀ ਦਲ ਵਾਲੇ ਤੇ 5 ਸਾਲ ਕਰ ਗਈ ਕਾਂਗਰਸ, ਵੀ ਤੁਹਾਡੇ CHCਆਂ ਦੇ PSCਆਂ ਦੇ ਵਿੱਚ ਤੁਸੀਂ ਕਿੰਨੇ ਬੰਦਿਆਂ ਦਾ ਇਲਾਜ ਕੀਤਾ ਤੇ ਕਿੰਨੇ ਬੰਦਿਆਂ ਦਾ ਟੈਸਟ ਕੀਤਾ? ਆਹ ਸਵਾਲ ਹੀ ਕਰ ਲਿਓ ਇਹਨਾਂ ਨੂੰ। ਕੱਖ ਨਹੀਂ ਪਤਾ ਹੋਣਾ ਹੈਗਾ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੋਇਆ ਵੀ 10 ਸਾਲ ਤੇ 5 ਸਾਲ ਰਾਜ ਤਾਂ ਕਰ ਗਏ ਉਹ, ਪਰ ਉਹਨਾਂ ਦਾ ਹੈਲਥ ਵਾਲੇ ਪਾਸੇ, ਲੋਕਾਂ ਦੀ ਸਿਹਤ ਵਾਲੇ ਪਾਸੇ ਲੋਕਾਂ ਦਾ ਕੰਨੀ ਧਿਆਨ ਨਹੀਂ ਸੀਗਾ। ਜੇ ਸਾਡਾ ਧਿਆਨ ਹੈ, ਮੈਂ ਤਾਂ ਹੀ ਬਹਿ ਕੇ ਫਿਕਰਾਂ ਦੱਸ ਰਿਹਾ ਇੱਥੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰੌਲਾ ਪਾਉਂਦੇ ਰਹਿਣਗੇ, ਕੰਮ ਕਰਨ ਵਾਲੇ ਕੰਮ ਕਰਨਗੇ। ਮਹਿਕਮੇ ਤੇ ਵਾਪਸ ਆਉਣਾ, ਤੁਹਾਡੇ ਕੋਲੇ ਰੀਨਿਊਏਬਲ એનર્ਜੀ ਦਾ ਵੀ ਮਹਿਕਮਾ ਹੈਗਾ। ਰੀਨਿਊਏਬਲ એનર્ਜੀ ਦੇ ਵਿੱਚ ਤੁਸੀਂ ਸ਼ਾਇਦ ਇੱਕ ਪ੍ਰੋਜੈਕਟ ਦੱਸਿਆ ਸੀ ਕਿ ਅਸੀਂ ਪਬਲਿਕ ਨੂੰ ਉਸ ਦੇ ਵਿੱਚ ਇਨਵੋਲਵ ਕਰਾਂਗੇ, ਲੋਕਾਂ ਦੇ ਘਰਾਂ ਤੇ ਜਿਹੜੇ ਸੋਲਰ ਪ੍ਰੋਜੈਕਟਸ ਹੈ, ਔਰ ਇਸ ਚੀਜ਼ ਦਾ ਨਾਲੇ ਪਬਲਿਕ ਨੂੰ ਫਾਇਦਾ ਹੋਊਗਾ ਨਾਲੇ ਸਰਕਾਰ ਨੂੰ। ਕਿ ਉਸ ਪ੍ਰੋਜੈਕਟ ਤੇ ਕੋਈ ਕੰਮ ਅੱਗੇ ਸਟੈਪ ਫਾਰਵਰਡ ਕੀਤਾ? ਦੇਖੋ, ਰੀਨਿਊਏਬਲ એનર્ਜੀ ਦੇ ਵਿੱਚ ਪੰਜਾਬ ਦੇ ਵਿੱਚ ਸਕੋਪ ਬਹੁਤ ਹੈ। ਅਸੀਂ 2 ਮਾਡਲਸ ਦੇ ਉੱਪਰ ਕੰਮ ਕਰ ਰਹੇ ਹਾਂ। ਇੱਕ ਤਾਂ ਹੈਗਾ ਸੋਲਰ ਦਾ। ਸੋਲਰ ਦੇ ਵਿੱਚ ਇੱਕ ਤਾਂ ਅਸੀਂ ਹੁਣ ਪਿਛਲੇ ਦਿਨਾਂ ਦੇ ਵਿੱਚ ਸ਼ੁਰੂਆਤ ਕੀਤੀ ਹੈ ਕਿ ਸਾਰੇ ਜਿਹੜੀਆਂ ਗਵਰਨਮੈਂਟ ਬਿਲਡਿੰਗਸ ਨੇ ਜੀ, ਉਹਨਾਂ ਦੇ ਉੱਪਰ ਰੈਸਕੋ ਮੋਡ ਦੇ ਉੱਪਰ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸੋਲਰਾਈਜ਼ ਕਰਨਾ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਪੰਪ ਸੈਟਸ ਨੇ, ਐਗਰੀਕਲਚਰ ਪੰਪ ਸੈਟ, ਉਹ ਹੁਣ ਤੱਕ ਸਾਰੇ 15,000 ਦੇ ਕਰੀਬ ਲੱਗੇ ਨੇ ਜਿਸ ਦਿਨ ਦਾ ਪੇਡਾ ਸ਼ੁਰੂ ਹੋਇਆ। ਇਸ ਸਾਲ 'ਚ 6 ਮਹੀਨਿਆਂ 'ਚ ਅਸੀਂ 9,000 ਦੇ ਲਾ ਚੁੱਕੇ ਤੇ 1.5 ਲੱਖ ਜਿਹੜਾ ਰਹਿੰਦਾ ਹੈ ਉਹ ਅਸੀਂ ਪੂਰਾ ਕਰ ਦੇਣਾ ਮੈਕਸਿਮਮ ਵਿਦਿਨ 3 ਇਅਰਸ। ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਫਲੋਟਿੰਗ ਸੋਲਰ, ਪਾਣੀ ਤੇ ਤੈਰਨ ਵਾਲਾ ਸੋਲਰ ਪਲਾਂਟ ਤੇ ਨਹਿਰਾਂ ਦੇ ਉੱਪਰ ਲੱਗਣ ਵਾਲੇ ਕਨਾਲ ਟੌਪ ਨੇ ਜਿਹੜੇ 300 ਦਾ ਅਸੀਂ ਉਹਨਾਂ ਦਾ ਟੈਂਡਰ ਹੈ ਜਿਹੜਾ ਉਹ ਫਲੋਟ ਕਰ ਚੁੱਕੇ ਹਾਂ। ਇਸੇ ਤਰੀਕੇ ਦੇ ਨਾਲ ਸੈਕੰਡ ਮਾਡਲ ਹੈ ਜਿਹੜਾ ਇਹਦੇ ਵਿੱਚ ਉਹ ਹੈਗਾ ਜਿਹੜਾ ਐਗਰੀਕਲਚਰ ਵੇਸਟ ਤੋਂ એનર્ਜੀ ਬਣਦੀ ਹੈ, ਜਿਹੜੀ CBG ਬਣਦੀ ਹੈ ਜਾਂ ਪਾਵਰ ਬਣਦੀ ਹੈ। ਇਹਦਾ ਏਸ਼ੀਆ ਦਾ ਲਾਰਜੈਸਟ ਵਰਬੀਓ ਪਲਾਂਟ ਹੈ ਜਿਹੜਾ 33 TPD ਦਾ, ਉਹ ਪਟਾਲ ਕਲਾਂ ਜ਼ਿਲ੍ਹੇ ਸੰਗਰੂਰ 'ਚ ਲੱਗ ਚੁੱਕਿਆ। CM ਸਾਹਿਬ ਉਹਦੀ ਇਨੋਗ੍ਰੇਸ਼ਨ ਕਰਕੇ ਆਏ ਨੇ। 42 ਨੂੰ ਹੋਰ ਅਸੀਂ LOIs ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਨੇ। ਉਹਨਾਂ ਦੇ ਕੁਝ ਸਟੇਟ ਗਵਰਨਮੈਂਟ ਦੇ ਨਾਲ, ਕੁਝ ਸੈਂਟਰਲ ਗਵਰਨਮੈਂਟ ਦੇ ਨਾਲ ਇਸ਼ੂ ਸੀਗੇ, ਉਹਨਾਂ ਦੀ ਅਸੀਂ ਟਾਸਕ ਫੋਰਸ ਬਣਾਈ ਤੇ ਬਹੁਤ ਗਿਣਤੀ ਜਿਹੜੇ ਪੰਜਾਬ ਦੇ ਇਸ਼ੂਜ਼ ਨੇ, ਜਿਵੇਂ ਉਹਨਾਂ ਨੂੰ ਪੰਜਾਬ 'ਚ ਜ਼ਮੀਨ ਮਹਿੰਗੀ ਲੱਗਦੀ ਸੀਗੀ, ਅਸੀਂ ਇਨ ਪ੍ਰਿੰਸੀਪਲ ਫੈਸਲਾ ਕਰ ਲਿਆ ਕਿ ਜਿਹੜੀਆਂ ਸਰਕਾਰੀ ਜ਼ਮੀਨਾਂ ਨੇ, ਪੰਚਾਇਤਾਂ ਦੀਆਂ ਨੇ, ਜਾਂ ਉਹਨਾਂ ਨੂੰ ਅਸੀਂ ਲੀਜ਼ ਬੇਸਿਸ ਦੇ ਉੱਪਰ ਅਸੀਂ ਉਹਨਾਂ ਨੂੰ ਆਫਰ ਕਰਾਂਗੇ। ਕੁਝ ਇਸ਼ੂਜ਼ ਉਹਨਾਂ ਦੇ ਸੈਂਟਰਲ ਗਵਰਨਮੈਂਟ ਨਾਲ ਰਿਲੇਟਡ ਨੇ ਤੇ ਉਹਨਾਂ ਦਾ ਜਿਹੜਾ ਹੈਗਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਉਹ CM ਸਾਹਿਬ ਨੇ ਵੀ ਚਿੱਠੀਆਂ ਲਿਖੀਆਂ ਨੇ, ਮੈਂ ਵੀ ਲਿਖੀਆਂ ਨੇ, ਉਹ ਫੋਲੋਅਪ ਚੱਲ ਰਿਹਾ। ਉਹ ਮੇਰੇ ਖਿਆਲ ਜਦੋਂ ਹੀ ਨਹੀਂ ਕੁਝ ਮੈਂ ਥੋੜਾ ਜਿਹਾ ਇਸ ਨੂੰ ਹੋਰ ਐਲੈਬੋਰੇਟ ਕਰਨਾ ਚਾਹਣਾ ਹੈ ਜਾਂ ਪੁੱਛਣਾ ਚਾਹਣਾ ਤੁਹਾਡੇ ਤੋਂ ਕਿ ਜੇ ਕੋਈ ਬੰਦਾ ਆਪਣੇ ਪ੍ਰਾਈਵੇਟਲੀ, ਜਿਵੇਂ ਕਿਸੇ ਦੀ ਕੋਠੀ ਹੈ, ਉਹਦੇ ਕੋਲੇ ਬਹੁਤ ਜਗ੍ਹਾ ਹੈ, 500 ਗਜ ਹੈ, 600 ਗਜ ਹੈ, ਜੇ ਕੋਈ ਕਹਿ ਦੇ ਕਿ ਮੈਂ ਲਾਉਣਾ ਚਾਹਣਾ ਤਾਂ ਉਹਦੇ ਵਿੱਚ ਗਵਰਨਮੈਂਟ ਦੀ ਲਾ ਸਕਦੇ ਜੋ ਸਬਸਿਡੀ ਹੈ ਉਹ ਪਹਿਲਾਂ ਪੇਡਾ ਕੋਲੇ ਸੀਗਾ। ਇਹ ਬੇਸਿਕਲੀ ਤਾਂ ਇਹਨੂੰ ਸਾਰੇ ਨੂੰ ਰੈਗੂਲੇਟ ਹੈ ਜਿਹੜਾ ਉਹ ਸੈਂਟਰਲ ਗਵਰਨਮੈਂਟ ਕਰਦੀ ਹੈ। ਇਹ ਪਹਿਲਾਂ ਕੰਮ ਸੀਗਾ ਸਾਡੇ ਨੋਡਲ ਏਜੰਸੀ ਪੰਜਾਬ ਸਟੇਟਾਂ ਦੇ ਵਿੱਚ ਅਸੀਂ ਸੀਗੇ, ਪੇਡਾ ਸੀਗਾ। ਹੁਣ ਅੱਜ ਤੋਂ 2 ਸਾਲ ਪਹਿਲਾਂ ਉਹਨਾਂ ਨੇ ਚੇਂਜ ਕਰਕੇ ਕਰ ਦਿੱਤਾ ਉਹ PSPCL ਨੂੰ। ਸੋ ਹੁਣ ਉਹ PSPCL ਅਮਨ ਜੀ ਸੌਖੀ ਭਾਸ਼ਾ 'ਚ ਲੈ ਕੇ ਆਉਣੇ ਤੁਹਾਨੂੰ ਥੋੜਾ ਜਿਹਾ, ਜਿੰਨੀ ਗੱਲਾਂ ਉਹ ਅਸੀਂ ਹੈਗੇ ਪਿੰਡਾਂ ਵਾਲੇ, ਆਮ ਲੋਕਾਂ ਨੂੰ ਸਮਝ ਆ ਜੇ। ਮੈਂ ਕਿਥੋਂ ਪਿੰਡਾਂ 'ਚ ਆਮ ਲੋਕਾਂ ਨੂੰ ਸਮਝ ਆ ਜੇ ਕਿ ਜੇ ਮੰਨ ਲਓ ਮੈਂ ਲਵਾਉਣਾ ਜੀ ਆਪਦੇ ਘਰੇ, ਮੇਰੇ ਆਂਢੀ ਗੁਆਂਢੀ ਨੇ ਲਵਾਉਣਾ, ਉਹ ਸਿੱਧੀ ਭਾਸ਼ਾ ਸਮਝਾ ਦਿਓ ਵੀ ਉਹ ਕਿਹਦੇ ਕੋਲੇ ਜਾਵੇ, ਉਹ ਕੀ ਕਰੇ, ਉਹ ਲਵਾ ਸਕਦਾ।
ਉਹਨੂੰ ਕਿੰਨੇ ਕੁ ਪੈਸੇ ਲਾਉਣੇ ਪੈਣੇ ਆ ਦਾੜੀ ਨਾਲੋਂ ਮੁੱਛਾਂ ਨਾ ਵੱਧ ਜਾਣ? ਉਹ 100% ਲਵਾ ਸਕਦਾ ਜੀ। ਇਹਦੇ 'ਚ ਗਵਰਨਮੈਂਟ ਵੱਲੋਂ ਸਬਸਿਡੀ ਵੀ ਹੈਗੀ। ਉਹ ਬਿਜਲੀ ਬੋਰਡ ਕੋਲੇ ਜਾਵੇ, ਬਿਜਲੀ ਕੋਲ ਆਪਣੀ ਐਪਲੀਕੇਸ਼ਨ ਦੇਵੇ ਤੇ ਮਨਜ਼ੂਰ ਹੋ ਜੂਗੀ, ਨਾਲ ਸਬਸਿਡੀ ਆ ਜੂਗੀ ਤੇ ਉਦੋਂ ਮਗਰ ਉਹ ਲਾ ਲੇ। ਸਿੱਧਾ ਪੁੱਧਾ ਕੋਈ ਵੀ ਲਾ ਸਕਦਾ, ਕੋਈ ਵੀ ਲਾ ਸਕਦਾ ਦੇਸੀ ਭਾਸ਼ਾ ਸਿੱਧਾ। ਇੱਕ ਮਿੰਟ ਜੀ ਹੋਰ ਚੀਜ਼ ਹੈ, ਮੈਂ ਜਦੋਂ ਤੁਸੀਂ ਵਿਰੋਧੀ ਧਿਰ 'ਚ ਹੁੰਦੇ ਸੀ ਉਦੋਂ ਤੁਹਾਡੇ ਹਲਕੇ ਦੇ ਵਿੱਚ ਦੇਖਣ ਦਾ ਮੌਕਾ ਮਿਲਿਆ ਸੀ, ਤੁਸੀਂ ਕਾਫੀ ਪ੍ਰੋਜੈਕਟ ਉਸ ਵੇਲੇ ਆਪਦੇ ਲੈਵਲ ਤੇ ਸ਼ੁਰੂ ਕੀਤੇ ਹੋਏ ਸੀ, ਕਈ ਤਰ੍ਹਾਂ ਦੇ ਸੈਂਟਰ ਤੁਸੀਂ ਚਲਾ ਰਹੇ ਸੀ, ਯਾਨੀ ਤੁਸੀਂ ਆਪਦੇ ਲੋਕਾਂ ਵਾਸਤੇ ਪੈਰਲਲ ਜੀ ਗਵਰਨਮੈਂਟ ਚਲਾਈ ਜਾਂਦੇ ਸੀਗੇ ਕਿ ਮੇਰੇ ਲੋਕ ਮੇਰੇ ਨਾਲ ਜੁੜੇ ਰਹਿਣ। ਮੈਂ ਦੇਖ ਕੇ ਆਇਆ ਸੀ। ਤਾਂ ਹੁਣ ਜਦੋਂ ਤੁਸੀਂ ਪਾਵਰ 'ਚ ਆ ਗਏ ਹੋ, ਉਦੋਂ ਤਾਂ ਜੇਬ 'ਚੋਂ ਕਰਨਾ ਪੈਂਦਾ ਸੀ, ਹੁਣ ਪਾਵਰ 'ਚ ਆ ਗਏ ਹੋ, ਹੁਣ ਉਸ ਤਰ੍ਹਾਂ ਦੇ ਪ੍ਰੋਜੈਕਟ ਪੂਰੇ ਪੰਜਾਬ ਵੱਲ ਝਾਤ ਮਾਰਦੇ ਹੋ ਤੁਸੀਂ ਕਿ ਉਦੋਂ ਤਾਂ ਭਾਈ ਮੈਨੂੰ ਕਰਨਾ ਵੀ ਕੋਲੋਂ ਪੈਂਦਾ ਸੀ, ਹੁਣ ਤਾਂ ਮੈਂ ਸੱਤਾ 'ਚ ਹੈ, ਪੂਰੇ ਪੰਜਾਬ ਵੱਲ ਨਿਗਾਹ ਮਾਰਦੇ ਹੋ ਤੁਸੀਂ ਕਿ ਹਾਂ ਹੁਣ ਇਹ ਚੀਜ਼ਾਂ, ਇਹ ਸਹੂਲਤਾਂ ਮੈਂ ਪੰਜਾਬ ਨੂੰ ਦੇ ਸਕਦਾ, ਪੰਜਾਬ ਦੀਆਂ ਬੱਚੀਆਂ ਵਾਲਾ ਤੁਸੀਂ ਸੈਂਟਰ ਚਲਾ ਰਹੇ ਸੀ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਤਾਂ ਹੈਗਾ ਸਰਕਾਰ ਦਾ ਕੰਮ, ਉਹ ਤਾਂ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ। ਉਹਦੇ ਜਿਹੜੇ ਮੇਰੇ ਮਹਿਕਮੇ ਦੇ ਕਰਨ ਵਾਲੇ ਕੰਮ ਨੇ ਉਹ ਤਾਂ ਚਲੋ ਕੰਮ ਕਰ ਹੀ ਰਿਹਾ, ਪਰ ਇਹ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਨਿੱਜੀ ਤੌਰ ਦੇ ਉੱਪਰ ਕਰ ਰਿਹਾ ਸੀਗਾ, ਇਹ ਮੈਂ ਆਪਦੀ ਸੰਸਥਾ ਬਾਊ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕਰਦਾ, ਆਪਦੇ ਕੋਲੋਂ ਕਰਦਾ। ਉਹ ਅੱਜ ਵੀ ਚੱਲ ਰਹੇ ਨੇ। ਉਹਦੇ ਵਿੱਚ ਬਲਕਿ ਜਿਹੜਾ ਜਿਵੇਂ ਸੇਵਾ ਕੇਂਦਰ ਹੈ ਉਹ ਅਸੀਂ ਉਵੇਂ ਚਲਾ ਰਹੇ ਹਾਂ। ਪ੍ਰਾਈਵੇਟ ਮੇਰਾ ਪ੍ਰਾਈਵੇਟ ਸੇਵਾ ਕੇਂਦਰ ਉਹ ਚੱਲ ਰਿਹਾ। ਡੇਲੀ ਬੇਸਿਸ ਤੇ ਅਸੀਂ ਕੈਂਪ ਲਾਉਂਦੇ ਆ। ਡੈਂਟਲ ਮੈਡੀਕਲ ਕੈਂਪ ਨੇ ਜਿਹੜੇ ਉਹ ਅਸੀਂ ਡੇਲੀ ਬੇਸਿਸ ਦੇ ਉੱਪਰ ਲਾਉਂਦੇ ਆ। ਸਿਲਾਈ ਸੈਂਟਰ ਨੇ ਮੇਰੇ ਉਹ ਡੇਲੀ ਬੇਸਿਸ ਦੇ ਉੱਪਰ ਚੱਲ ਰਹੇ ਨੇ। ਜਿਹੜਾ ਸਪੋਰਟਸ ਨੂੰ ਅਸੀਂ ਬਹੁਤ ਸਾਰੀਆਂ ਕਿੱਟਾਂ ਵੰਡੀਆਂ, ਕ੍ਰਿਕਟ ਤੇ ਵਾਲੀਬਾਲ ਦੇ। ਹੁਣ ਅਸੀਂ ਉਹ ਤੋਂ ਇੱਕ ਸਟੈਪ ਹੋਰ ਹਾਇਰ ਕੰਮ ਥੋੜਾ ਜਿਹਾ ਹੋਰ ਵਧਾਇਆ ਸੀ, ਜਿਸ ਦੇ ਵਿੱਚ ਮੈਂ ਪਹਿਲੀ ਵਾਰੀ ਆਪਦੇ ਪਿਤਾ ਬਾਊ ਭਗਵਾਨ ਦਾਸ ਜੀ ਅਰੋੜਾ ਜਿਹੜੀ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪਹਿਲੀ ਸਪੋਰਟਸ ਲੀਗ ਹੈ ਜਿਹੜੀ ਉਹ 4 ਤੇ 5 ਫਰਵਰੀ ਨੂੰ ਕਰਾ ਰਿਹਾ। ਤੇ ਤੁਹਾਨੂੰ ਜਾਣ ਕੇ ਦੇਖੋ ਖੁਸ਼ੀ ਹੋਊਗੀ ਕਿ 2 ਦਿਨਾਂ ਦਾ ਈਵੈਂਟ ਹੈ। 2 ਦਿਨਾਂ ਦੇ ਈਵੈਂਟ ਦੇ ਵਿੱਚ 207 ਟੀਮਾਂ ਸਾਡੇ ਕੋਲ ਰਜਿਸਟਰ ਹੋ ਚੁੱਕੀਆਂ। ਤਕਰੀਬਨ 2100 ਮੁੰਡੇ ਨੇ ਜਿਹੜੇ ਉਹ ਉਹਦੇ ਚ ਪਾਰਟਿਸਿਪੇਟ ਕਰਨਗੇ। ਸੋ ਇੱਕ ਜਿਹੜਾ ਮਾਹੌਲ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਂ ਤੇ ਚਲਾਇਆ ਸੀਗਾ, ਉਹ ਮੈਂ ਖੇਡਾਂ ਹਲਕਾ ਸੁਨਾਮ ਦੀਆਂ ਨੇ ਜਿਹੜੀਆਂ ਉਹ ਆਪਦੇ ਕੋਲੋਂ ਸ਼ੁਰੂ ਕੀਤਾ, ਉਹ ਸਾਰਾ ਮੇਰੀ ਫਾਊਂਡੇਸ਼ਨ ਹੀ ਖਰਚਾ ਕਰ ਰਹੀ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਇਹ ਚੀਜ਼ਾਂ ਤਾਂ ਹੋਣੇ ਬਾਈ ਜੀ ਜਿਹੜੀਆਂ ਮੈਂ ਆਪਦੀ ਖੁਸ਼ੀ ਦੇ ਨਾਲ, ਮੈਂ ਮੰਨ ਕੇ ਚੱਲਦੇ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਇੰਨੇ ਜੋਗੇ ਹੈਗੇ ਆ ਕਿ ਸਮਾਜ ਨੂੰ ਕੁਝ ਵਾਪਸ ਆਪਦੇ ਦਸਵੰਧ ਕੱਢ ਕੇ ਵੀ ਦਈਏ। ਮੈਂ ਉਸ ਥਿਉਰੀ ਤੇ ਚੱਲਣ ਵਾਲਾ ਬੰਦਾ ਜੋ ਗੁਰੂ ਸਾਹਿਬ ਨੇ ਸਿਖਾਇਆ ਆਪਾਂ ਨੂੰ। ਸੋ ਉਹਦੇ ਉੱਪਰ ਲੱਗੇ ਹੋਏ ਆ। ਜਿੰਨਾ ਕੁ ਪਾਕਟ ਲਾਓ ਕਰਦੀ ਹੈ ਉਹਨਾਂ ਹੁੰਦਾ ਕਿ ਇਸ ਪਾਸੇ ਲਾ ਲਈਏ ਤਾਂ ਔਰ ਲੋਕਾਂ ਦੀਆਂ ਜਿਹੜੀਆਂ ਅਸੀਸਾਂ ਨੇ ਨਾ ਜੀ ਉਹ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਂਦੀਆਂ। ਚਲੋ ਮੰਤਰੀ ਬਣੇ ਹੋਏ ਹੋ ਵਿਜੇ। ਇੱਕ ਆਪਾਂ ਦੇਖਦੇ ਹਾਂ ਕਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਖਬਰਾਂ ਆਉਂਦੀਆਂ, ਜਿਵੇਂ ਹੁਣ ਆ ਰਹੀ ਸੀ ਇੱਕ ਜਲਾਲਾਬਾਦ ਤੋਂ ਆ ਰਹੀ ਸੀ, ਉੱਥੇ ਇੱਕ ਬੜਾ ਵੱਡਾ ਹਸਪਤਾਲ ਹੈ ਤੇ ਉੱਥੇ ਸਟਾਫ ਦੀ ਦਿੱਕਤ ਸੀ। ਇਹ ਹਾਲਾਂਕਿ ਟਾਈਮ ਲੱਗਦਾ, ਪੰਜਾਬ ਦੇ ਵਿੱਚ ਅਨੇਕਾਂ ਜਗ੍ਹਾ ਤੇ ਇੱਦਾਂ ਦੀਆਂ ਚੀਜ਼ਾਂ ਨੇ। ਅਮਨ ਜੀ ਬੇਸ਼ੱਕ ਤੁਹਾਡਾ ਮਹਿਕਮਾ ਨਹੀਂ ਹੈ, ਪਰ ਕਿਉਂਕਿ ਤੁਸੀਂ ਸਰਕਾਰ ਦੇ ਵਿੱਚੋਂ ਕੈਬਨਿਟ ਮੰਤਰੀ ਹੋ, ਕੀ ਐਸਾ ਕੋਈ ਇਸ ਤਰ੍ਹਾਂ ਦੇ ਚੀਜ਼ਾਂ ਤੇ ਵਿਚਾਰ ਕੀਤਾ ਜਾ ਸਕਦਾ ਕਿ ਪੰਜਾਬ 'ਚ ਮੈਨੂੰ ਲੱਗਦਾ ਅਨੇਕਾਂ ਐਸੀਆਂ ਬਿਲਡਿੰਗ ਹੋਣਗੀਆਂ ਜਿਹੜੀਆਂ ਬਹੁਤ ਸ਼ਾਨਦਾਰ ਬਣੀਆਂ ਹੋਈਆਂ ਪਰ ਉਹ ਕਿਸੇ ਕੰਮ ਨਹੀਂ ਆ ਰਹੀਆਂ ਜਾਂ ਵਿਅਰਥ ਪਈਆਂ ਨੇ। ਅਨੇਕਾਂ ਬਿਲਡਿੰਗ ਦੀ ਮੈਂ ਉਦਾਹਰਨ ਦੇ ਸਕਦਾ, ਮੋਗੇ ਦੇ ਵਿੱਚ ਪਈਆਂ ਨੇ, ਲੁਧਿਆਣੇ ਦੇ ਵਿੱਚ ਪਈਆਂ ਨੇ, ਇਹ ਤੁਸੀਂ ਜਲਾਲਾਬਾਦ ਵਾਲਾ ਹਸਪਤਾਲ ਦੇਖ ਲਓ। ਉਹਨਾਂ ਨੂੰ ਥੋੜ੍ਹਾ ਜਿਹਾ ਸਮੂਥ ਕਰਨ ਦੇ ਲਈ ਜੇ ਕੋਈ ਮੰਨ ਲਓ ਕੋਈ ਬਿਲਡਿੰਗ ਤੁਸੀਂ ਹੋਰ ਪ੍ਰੋਜੈਕਟ ਲਈ ਬਣਾ ਲਈ, ਕੋਈ ਸਟੇਡੀਅਮ ਬਣਾ ਲਿਆ, ਉਹ ਸਟੇਡੀਅਮ 'ਚ ਕਿਸੇ ਸਿਆਸਤ ਦੀ ਭੇਂਟ ਚੜ੍ਹ ਗਿਆ। ਤੁਸੀਂ ਮੋਹਾਲੀ ਦੇ ਵਿੱਚ ਇੱਕ ਬੱਸ ਅੱਡਾ 350 ਕਰੋੜ ਰੁਪਇਆ ਲੱਗਿਆ, 350 ਕਰੋੜ ਰੁਪਇਆ ਤਾਂ ਅਮਨ ਜੀ ਉਹ ਪੰਜਾਬ ਦੇ ਲੋਕਾਂ ਦਾ ਲੱਗ ਗਿਆ। ਉਹ 350 ਕਰੋੜ ਰੁਪਇਆ ਲੇਖੇ ਕਿਸੇ ਲੱਗੂਗਾ। ਇਸ ਤਰ੍ਹਾਂ ਦੇ ਪ੍ਰੋਜੈਕਟ ਕੀ ਤੁਹਾਡਾ ਵਿਜ਼ਨ ਹੈ ਕਿ ਇਹਨਾਂ ਚੀਜ਼ਾਂ ਨੂੰ ਠੀਕ ਕਿਵੇਂ ਕਰਨਾ ਹੈ? ਆਮ ਲੋਕ ਤਾਂ ਇਹ ਦੇਖਦੇ ਆ ਨਾ ਪੈਸਾ ਸਾਡਾ ਲੱਗ ਗਿਆ, ਕੰਮ ਨਹੀਂ ਆ ਰਿਹਾ। ਦੇਖੋ ਇਹੀ ਮੈਂ ਕਹਿ ਰਿਹਾ ਤੁਹਾਨੂੰ ਕਿ ਇਹ ਚੀਜ਼ਾਂ ਕਾਹਦੇ ਨਾਲ ਚੱਲਣਗੀਆਂ ਜੇ ਸਰਕਾਰ ਦਾ ਧਿਆਨ ਹੋਊਗਾ, ਤੇ ਧਿਆਨ ਹੈ ਜਿਹੜਾ ਉਹ ਪੂਰਾ ਹੋ ਰਿਹਾ। ਹੁਣ ਜਿਹੜੇ ਤੁਸੀਂ ਇਹ ਪ੍ਰੋਜੈਕਟਸ ਦੀ ਤੁਸੀਂ ਗੱਲ ਕਰ ਰਹੇ ਹੋ, ਚਾਹੇ ਉਹ ਬੱਸ ਸਟੈਂਡ ਦਾ, ਚਾਹੇ ਹੈਲਥ ਦਾ, ਚਾਹੇ ਐਜੂਕੇਸ਼ਨ ਦਾ, ਇਹਨਾਂ ਨੇ 2 ਚੀਜ਼ਾਂ ਨਾਲ ਚੱਲਣਾ ਹੈ ਕਿ ਨੰਬਰ 1 ਸਰਕਾਰ ਕੰਸਰਨਡ ਹੋਵੇ ਤੇ ਉਹਦੇ ਲਈ ਸਰਕਾਰ ਕੋਲੇ ਨੰਬਰ 2 ਕੈਪੀਟਲ ਅਵੇਲੇਬਲ ਹੋਵੇ, ਪੈਸਾ ਅਵੇਲੇਬਲ ਹੋਵੇ, ਤੇ ਨਾਲ ਤੁਹਾਡੇ ਕੋਲ ਵਰਕ ਫੋਰਸ ਹੈ ਜਿਹੜੀ ਮੈਨ ਪਾਵਰ ਜਿਹੜੀ ਉਹ ਹੋਵੇ। ਸਾਡਾ ਬਜਟ ਦੇ ਵਿੱਚ ਹੁਣ ਤੱਕ ਦੀਆਂ ਸਰਕਾਰਾਂ ਦਾ ਹੈਲਥ ਔਰ ਐਜੂਕੇਸ਼ਨ ਦੇ ਵਿੱਚ ਬਜਟ ਐਲੋਕੇਸ਼ਨ ਸਭ ਤੋਂ ਘੱਟ ਸੀਗੀ ਸਾਡੀ। ਉਹ ਐਕਸਪੋਨੈਂਸ਼ੀਅਲੀ ਅਸੀਂ ਪਿਛਲੇ ਬਜਟ ਦੇ ਵਿੱਚ ਵੀ ਵਧਾਤਾ ਤੇ ਇਸ ਦੇ ਵਿੱਚ ਵੀ ਵਧੂਗਾ। ਜਦੋਂ ਪੈਸਾ ਹੋਊਗਾ ਤੇ ਬਿਲਡਿੰਗਾਂ ਇਕਵਿਪਮੈਂਟ ਵੀ ਬਣ ਜਾਣਗੇ। ਐਸੇ ਪ੍ਰੋਜੈਕਟਸ ਦੀ ਵੈਸੇ ਲਿਸਟ ਮੰਗਾਓਗੇ ਕਿ ਕਿਹੜੇ-ਕਿਹੜੇ ਹੈਗਾ ਹੋ ਚੁੱਕਿਆ। ਇਸੇ ਤਰੀਕੇ ਦੇ ਨਾਲ ਹੁਣ ਮੈਨ ਪਾਵਰ ਹੈ ਜਿਹੜੀਆਂ ਸਰਕਾਰਾਂ 4.5 ਸਾਲ ਬਾਅਦ ਜਾ ਕੇ ਐਡ ਕੱਢਦੀਆਂ ਹੁੰਦੀਆਂ ਸੀਗੀਆਂ, ਅਸੀਂ 26,000 ਤੋਂ ਵੱਧ ਬੰਦਾ ਰੱਖ ਲਿਆ। ਹੁਣ ਆਖਰ ਨੂੰ ਜੇ ਤੁਸੀਂ ਕੋਈ ਗਵਰਨਮੈਂਟ ਫੈਸਿਲਿਟੀ ਚਲਾਉਣੀ ਹੈ, ਲੋਕਾਂ ਨੂੰ ਸਰਵਿਸ ਦੇਣੀ ਹੈ, ਤੇ ਫੈਸਿਲਿਟੀ ਵੀ ਚਾਹੀਦੀ ਤੇ ਇਹਨੂੰ ਚਲਾਉਣ ਵਾਸਤੇ ਬੰਦੇ ਵੀ ਚਾਹੀਦੇ ਨੇ। ਇਹੀ ਕੰਮ ਤਾਂ ਅਸੀਂ ਕਰਨ ਲੱਗੇ ਹੋਏ। ਜਿਹੜੀਆਂ ਤੁਹਾਨੂੰ ਤੁਸੀਂ ਗੱਲ ਕੀਤੀ ਹੈ, ਹੁਣ ਜੇ ਬੱਸ ਸਟੈਂਡ ਦੀ ਆਪਾਂ ਗੱਲ ਕਰ ਲਈਏ, ਸਪੋਜ਼ ਮੈਨੂੰ ਜਲਾਲਾਬਾਦ ਦਾ ਨਹੀਂ ਪਤਾ, ਮੈਂ ਤੁਹਾਨੂੰ ਆਪਦੇ ਹਲਕੇ ਦੀ ਐਗਜ਼ਾਮਪਲ ਦੇ ਦਿੰਦਾ। ਮੋਹਾਲੀ ਵਾਲਾ ਤਾਂ ਜਮਾਂ ਗੁਆਂਢੀ ਆਪਣੇ। ਹਾਂ ਉਹ ਗੁਆਂਢ ਹੈ
ਠੱਪ ਕੀਤਾ ਪਿਆ। ਹੁਣ ਸਾਡੇ ਉੱਥੇ ਬੱਸ ਸਟੈਂਡ ਬਣਿਆ ਸੀ ਚੀਮੇ, ਤੇ ਉਦੋਂ ਦਾ ਬੇਕਾਰ ਹੋਇਆ ਪਿਆ ਸੀਗਾ 15 ਸਾਲਾਂ ਦਾ। ਅਸੀਂ ਜਿਸ ਦਿਨ ਸਰਕਾਰ ਬਣੀ ਮੈਂ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਗਿਆ, ਤੇ ਉਹੀ ਬੱਸ ਸਟੈਂਡ ਹੈ ਜਿਹੜਾ, ਉਹਨੂੰ ਅਸੀਂ ਹੁਣ ਉਹਦੇ ਪੈਸੇ 'ਚ ਚੱਲ ਪਿਆ ਹੋਊਗਾ, ਸਬ ਤਹਿਸੀਲ ਦਾ ਨਾ ਉੱਥੇ ਬੱਸ ਸਟੈਂਡ ਦੂਜੀ ਜਗ੍ਹਾ ਜਿੱਥੇ, ਕਿਉਂਕਿ ਉਹਨੂੰ ਯੂਜ਼ ਕਰ ਲਿਆ, ਉਹਨੂੰ ਬਸ ਸਬ ਤਹਿਸੀਲ ਬਣਾ ਰਹੇ ਹਾਂ। ਸਬ ਤਹਿਸੀਲ ਦੇ ਵਿੱਚ ਹੀ ਫਰਦ ਕੇਂਦਰ, ਪਟਵਾਰਖਾਨਾ, ਸੇਵਾ ਕੇਂਦਰ ਸਭ ਇੱਕ ਥਾਂ ਤੇ ਆ ਜਗ੍ਹਾ ਤਾਂ ਕੰਮ ਆ ਗਈ ਨਾ, ਜਗ੍ਹਾ ਕੰਮ ਆ ਗਈ। ਬਾਕੀ ਜਗ੍ਹਾ ਵੀ ਐਂ ਕਰ ਲਓ, ਐਂ ਕਰ ਲੱਗੇ ਹੋਏ ਜੀ, ਸਾਰੀ ਜਗ੍ਹਾ ਹੀ ਕਰਨ ਲੱਗੇ ਹੋਏ ਆ। ਲੌਂਗੋਵਾਲ ਦੇ ਵਿੱਚ ਸਾਡੇ ਬੇਬਰਾਨ ਜਗ੍ਹਾ ਪਈ ਸੀ, ਜੰਗਲ ਬਣਿਆ ਪਿਆ ਸੀਗਾ, ਉੱਥੇ ਐਡਾ ਵੱਡਾ ਨਗਰ ਹੈ, ਉੱਥੇ ਕੱਖ ਨਹੀਂ ਹੋ ਰਿਹਾ ਸੀਗਾ, ਉਹ ਨਸ਼ੇੜੀਆਂ ਦਾ ਅੱਡਾ ਬਣਿਆ ਪਿਆ ਸੀਗਾ। ਉੱਥੇ 5 ਕਰੋੜ 6 ਲੱਖ ਦੀ ਲਾਗਤ ਦੇ ਨਾਲ ਹੁਣ ਸਟੇਡੀਅਮ ਬਣ ਰਿਹਾ ਹੈ। ਜਦੋਂ 2000 ਦੀ ਭਰਤੀ, 2100 ਦੀ ਭਰਤੀ ਹਰ ਸਾਲ ਪੰਜਾਬ ਸਰਕਾਰ ਨੇ ਸਿਰਫ ਪੁਲਿਸ ਫੋਰਸਿਸ ਦੇ ਵਿੱਚ ਕਰਨੀ ਹੈ, ਸੀਐਮ ਸਾਹਿਬ ਨੇ ਪਿਛਲੇ ਦਿਨਾਂ 'ਚ ਅਨਾਉਂਸ ਕੀਤਾ। ਤੇ ਜੇ ਬੱਚਿਆਂ ਕੋਲ ਸਟੇਡੀਅਮ ਹੋਊਗਾ ਤੇ ਉਹ ਭਰਤੀ ਵੀ ਹੋ ਜਾਣਗੇ, ਨਸ਼ਿਆਂ ਤੋਂ ਦੂਰ ਵੀ ਹੋ ਜਾਣਗੇ। ਦੇਖੋ ਇਹਦੇ ਨਾਲ ਨਾ ਇੱਕ ਲਾਈਨ ਮੈਂ ਹੋਰ ਜੋੜ ਦਿਆਂ ਪਲੀਜ਼, ਕਿ ਜਿਹੜੀਆਂ ਇਹ ਤਾਂ ਚਲੋ ਨਵੀਆਂ ਬਿਲਡਿੰਗ ਹੋ ਗਈਆਂ, ਇੱਕ ਪੁਰਾਣੀਆਂ ਬਿਲਡਿੰਗ ਜਿਹੜੀਆਂ ਨੇ ਉਹ ਹਲੇ ਕੰਮ ਆ ਰਹੀਆਂ ਨੇ, ਪਰ ਉਹਨਾਂ ਦੇ ਰੱਖ ਰਖਾਵ ਨੂੰ ਲੈ ਕੇ ਮੈਨੂੰ ਲੱਗਦਾ ਕਿ ਜੇ ਕੋਈ ਬਿਲਡਿੰਗ ਤੇ ਕੋਈ 1000 ਰੁਪਏ ਲੱਗਦਾ, ਉਹ 1000 ਹੀ ਨਹੀਂ ਲੱਗਦਾ, ਉਹ 1000 ਰੁਪਏ ਲੱਗਣ ਕਰਕੇ ਉਹ ਡਿੱਗ ਪੈਂਦੀ ਹੈ। ਕਿ ਇਸ ਪਾਸੇ ਵੀ ਧਿਆਨ ਹੋਏਗਾ, ਇਹਦੇ ਨਾਲ ਹੀ ਐਡ ਆਨ ਕਰਨ ਲੱਗਾ ਕਿ ਪੁਰਾਣੀਆਂ ਨੂੰ ਵੀ ਬਚਾ ਲਈਏ। ਇਸ ਪਾਸੇ ਵੀ ਧਿਆਨ ਹੈ ਜਿਹੜਾ ਉਹ ਚੱਲ ਰਿਹਾ ਹੈ ਜੀ। ਆਲਮੋਸਟ ਸਾਰੇ ਦੇ ਹੈਲਥ ਔਰ ਐਜੂਕੇਸ਼ਨ ਦਾ ਤਾਂ ਮੈਨੂੰ ਪਤਾ ਹੈ ਵੀ ਜਿਹੜੇ ਮਾੜੀ ਕੰਡੀਸ਼ਨ ਦੇ ਵਿੱਚ ਬਿਲਡਿੰਗਾਂ ਹੈਗੀਆਂ, ਉਹਨਾਂ ਦੀਆਂ ਲਿਸਟਾਂ ਜਿਹੜੀ ਉਹ ਬਣ ਚੁੱਕੀਆਂ। ਉਹਨਾਂ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਨੇ ਜਿੰਨਾ ਸਕੂਲਾਂ ਦੇ ਵਿੱਚ ਬਾਉਂਡਰੀ ਵਾਲ ਨਹੀਂ ਹੈਗੀ, ਆਂਗਨ ਉਹਦੇ ਤੁਹਾਡੇ ਮਿਡ ਡੇ ਮੀਲ ਵਾਸਤੇ ਛੱਜ ਨਹੀਂ, ਕਿਚਨ ਨਹੀਂ ਹੈਗੀ, ਟਾਇਲਟਸ ਨਹੀਂ ਹੈਗੀਆਂ, ਹੁਣ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਬਿਲਡਿੰਗਾਂ, ਇਹ ਐਕਚੁਅਲੀ ਇਹ ਕੋਈ ਰਾਕਟ ਸਾਇੰਸ ਨਹੀਂ ਜੋ ਅਸੀਂ ਕਰ ਰਹੇ ਹਾਂ, ਇਹ ਉਹੀ ਹੈ ਵੀ ਜੇ ਰੂਟੀਨ ਐਕਸਰਸਾਈਜ਼ ਹੈ ਅਸਲ ਦੇ ਵਿੱਚ। ਉਹਨੂੰ ਇੱਕ ਚਾਹੀਦੀ ਆਪਣੇ ਘਰ ਦੇ ਵਿੱਚ ਜੇ ਸਪੋਜ਼ ਕਰੇ ਟੂਟੀ ਠੀਕ ਨਾ ਕਰਾਓ ਤਾਂ ਕੰਧ ਡਿੱਗ ਪੂਗੀ, ਟੂਟੀ ਦੀ ਪ੍ਰੋਬਲਮ ਆ ਜੇ, ਕੋਈ ਲਾਈਟ ਦੀ, ਆਪਾਂ ਨਹੀਂ ਠੀਕ ਕਰਾਉਂਦੇ, ਤੇ ਆ ਵੀ ਤਾਂ ਕਰੀਏ ਜੀ ਆਪਣਾ। ਜੇ ਆ ਸੋਚ ਕੇ ਕਰ ਲਾਂਗੇ ਤਾਂ ਹੋ ਜਾਊਗਾ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ। ਨਿਊਜ਼ 18 ਪੰਜਾਬ ਹਰਿਆਣਾ ਦੇ ਏਜੰਡਾ ਪੰਜਾਬ ਦੇ ਮੰਚ ਤੇ ਸਵਾਗਤ ਕਰਦੇ ਹਾਂ। ਪੰਜਾਬ ਦੇ ਇਨਫੋਰਮੇਸ਼ਨ ਤੇ ਪਬਲਿਕ ਰਿਲੇਸ਼ਨ, ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ, ਨਵੀਂ ਅਤੇ ਨਵਿਆਉਣਯੋਗ ਊਰਜਾ ਸੰਬੰਧੀ ਵਸੀਲਿਆਂ ਬਾਰੇ ਅਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਦਾ